बद्धा जल रहै, जल बिन कुंभ ना होय। ज्ञान का बद्धा मन रहै, गुर बिन ज्ञान ना होय। वाहिगुरु जी का खालसा, वाहिगुरु जी की फतह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर शोभायमान गुरु सवारे सत संगी जनों, अति सन्मान योग भाई साहब भाई करमजीत सिंह जी, सतगुरां दे अंमृत बोल आशा की वार दा कीर्तन शब्दां संयुगत सरवण करा रहे सन। सतगुरु गुरु नानक साहब महाराज जी दी अंमृत रचना आशा की वार दी 12वीं पौड़ी दी विचार पिछले दीवाना तो आपां आरंभ कीती है। पहले शलोक विच हजूर ने परमेश्वर वाहिगुरु जी दी याद नूं विसार देना, सुख और संसारी विषय वासनावां विच प्रवृत्त हो जाना, उस विचों दुख दी उत्पत्ति है। उस दुख दी पीड़ा विचों फिर जीव परमात्मा नूं याद करे, वो दुख औषधि दवाई बन जाता है। ते जिथे दुख दी पीड़ा विचों आत्मक सुख दी उत्पत्ति हो जाए, उथे फिर कोई दुख सानू पो नहीं सकता। रात आपां विचार ये कर रहे सां, परमेश्वर दी सिफत करन वाला उस पार ब्रह्म विच अभेद हो जाता है। रात ये विचार कीती सी कि गुरु नानक साहब जी दी जोत धन गुरु अंगद देव जी महाराज उन्हां दा अमृत बोल कि जोग मत जां जोगी दा ये धर्म उसने बनाया है। ज्ञान हासिल करना, ब्रह्म दी विचार करनी, ब्राह्मण ने अपना धर्म बनाया है। धार्मिक पुस्तकां वेद आदि दा पठन पाठन पड़चोल करनी खतरी दा धर्म है। मैदान विच दुश्मन नाल बहादरां दी तरह जूझना ते शूद्र दा धर्म है कि दूसरे जिहड़े वर्ण ने उन्हां दी सेवा करनी। पर गुरु अंगद देव जी साहब जी ने बख्शिश की, कहते सब दा धर्म केवल एक पार ब्रह्म परमेश्वर दा नाम जपना है। जिहड़ा इस गल नूं समझ जाएगा वो निरंजन परमात्मा विच अभेद हो जाएगा ते मैं उस ना दास बन जाता। अगले 2 शलोक आप जी ने सरवण कीते ने। आओ उस रात वाली लड़ी नूं ही अगे विचार कर सकीए। आप जितने गुरु चरनां विच उपस्थित हो, हाजिर हो, किरपा करो, असीस बख्शो। धन श्री गुरु ग्रंथ साहिब महाराज
ਆਪਣੇ ਸ਼ਬਦ ਦੀ ਕਲਾ ਵਰਤਾਓ, ਸਾਡੇ ਕਥਨ ਔਰ ਸਰੋਤ ਨੂੰ ਅੰਦਰ ਦੀ ਇਕਾਗਰਤਾ ਟਿਕਾ ਰਸ ਪ੍ਰਦਾਨ ਕਰ ਦਿਓ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਤ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕਰ ਰਹੇ ਸਾਂ ਕਿ ਜੋਗੀ ਨੇ ਆਪਣਾ ਧਰਮ ਸਿਰਫ ਵੱਧ ਤੋਂ ਵੱਧ ਗਿਆਨ, ਬ੍ਰਹਮ ਵਿਚਾਰ, ਜਾਣਕਾਰੀ ਹਾਸਲ ਕਰਨਾ ਬਣਾਇਆ ਹੈ। ਰਾਤ ਅਰਜ਼ ਕੀਤੀ ਸੀ, ਗੁਰਬਾਣੀ 'ਚ ਸ਼ਬਦ ਲਫ਼ਜ਼ ਬਹੁ ਅਰਥਾਂ ਵਿੱਚ ਆਇਆ ਹੈ। ਸ਼ਬਦ ਲਫ਼ਜ਼ ਦਾ ਇੱਕ ਅਰਥ ਨਹੀਂ, ਸਿਰਫ ਥੋੜਾ ਜਿਹਾ ਦੁਹਰਾਓ। ਸ਼ਬਦ ਦਾ ਅਰਥ ਬਾਣੀ, ਸ਼ਬਦ ਦਾ ਅਰਥ ਧੁਨੀ, ਸ਼ਬਦ ਦਾ ਅਰਥ ਜ਼ਬਾਨ ਦੇ ਬੋਲ, ਸ਼ਬਦ ਦਾ ਅਰਥ ਹੁਕਮ, ਸ਼ਬਦ ਦਾ ਅਰਥ ਜ਼ਿੰਦਗੀ, ਸ਼ਬਦ ਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ। ਪਰ ਇੱਥੇ ਜਿਹੜਾ ਸ਼ਬਦ ਲਫ਼ਜ਼ ਆਇਆ ਹੈ, ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ। ਇਸ ਸ਼ਬਦ ਲਫ਼ਜ਼ ਦੇ ਅਰਥ ਸਮੂਹ ਵਿਦਵਾਨ ਟੀਕਾਕਾਰਾਂ ਨੇ ਸਿਰਫ ਇੱਕੋ ਕੀਤੇ ਨੇ, ਧਰਮ। ਕਿ ਜੋਗੀ ਦਾ ਧਰਮ ਹੈ ਕਿ ਗਿਆਨ ਹਾਸਲ ਕਰਨਾ, ਬ੍ਰਾਹਮਣ ਦਾ ਧਰਮ ਹੈ ਕਿ ਵੇਦਾਂ ਦਾ ਪਠਨ ਪਾਠਨ ਕਰਨਾ, ਖੱਤਰੀ ਦਾ ਧਰਮ ਹੈ ਸੂਰਮ ਗਤੀ ਨੂੰ ਪ੍ਰਾਪਤ ਕਰਨਾ, ਬਾਹੂਬਲੀ। ਤੇ ਸ਼ੂਦਰ ਦਾ ਧਰਮ ਹੈ ਕਿ ਉਹ ਜੋਗੀਆਂ ਦੀ ਤਰ੍ਹਾਂ ਬ੍ਰਹਮ ਦੀ ਵਿਚਾਰ ਨਹੀਂ ਕਰ ਸਕਦਾ, ਉਹ ਪੰਡਿਤ ਬ੍ਰਾਹਮਣ ਦੀ ਤਰ੍ਹਾਂ ਵੇਦ ਨਹੀਂ ਵਿਚਾਰ ਸਕਦਾ, ਉਹ ਖੱਤਰੀ ਦੀ ਤਰ੍ਹਾਂ ਜੂਝ ਨਹੀਂ ਸਕਦਾ। ਉਹਦਾ ਧਰਮ ਹੈ ਪ੍ਰਾਕ੍ਰਿਤਾ, ਬਾਕੀਆਂ ਦੀ ਸੇਵਾ ਕਰਨੀ, ਪਰਾਈ ਕਿਰਤ ਕਰਨੀ। ਪਰ ਗੁਰੂ ਅੰਗਦ ਸਾਹਿਬ ਕਹਿੰਦੇ ਨਹੀਂ, ਸਰਬ ਸ਼ਬਦੰ ਏਕ ਸ਼ਬਦੰ। ਇੱਥੇ ਕੱਲਾ ਇਹ ਨਾ ਸਮਝਿਓ ਜੋਗੀ, ਬ੍ਰਾਹਮਣ, ਖੱਤਰੀ ਜਾਂ ਸ਼ੂਦਰ ਆਦਿਕ ਆਏ। ਮੈਂ ਇਹਨੂੰ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰਾਤ ਵੀ ਅਸੀਂ ਵਿਚਾਰ ਰਹੇ ਸਾਂ ਕਿ ਸਿਰਫ ਇਸ ਧਰਤੀ ਤੱਕ ਜੋੜ ਕੇ ਦੇ ਅਰਥ ਮਤ ਕਰੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਜਿਹਨੂੰ ਧਰਤੀ ਦੀ ਸੀਮਾ ਵਿੱਚ ਬੰਨ ਲਵਾਂਗੇ ਤੇ ਇਹ ਬੇਅੰਤ ਕਿਵੇਂ ਹੋਵੇਗਾ। ਇਹ ਅਸੀਮ ਹੈ। ਬੇਨਤੀ ਹੈ ਕਿ ਇਹ ਕੱਲਾ ਜੋਗੀ ਲਈ, ਬ੍ਰਾਹਮਣ ਲਈ, ਖੱਤਰੀ ਲਈ, ਸ਼ੂਦ ਜਾਂ ਵੈਸ ਇਸ ਧਰਤੀ ਦੇ ਜਾਂ ਇਸ ਸਾਡੇ ਦੇਸ਼ ਦੇ ਸਿਸਟਮ ਲਈ ਕੇਵਲ ਉਪਦੇਸ਼ ਨਹੀਂ, ਇਹ ਪੂਰੀ ਮਾਨਵਤਾ ਮਾਤਰ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਯੂਸ਼ ਯਹੂਦੀ ਹੈ, ਭਾਵੇਂ ਉਹ ਇਸਲਾਮ ਨੂੰ ਮੰਨਣ ਵਾਲਾ ਮੁਸਲਮਾਨ ਹੈ, ਭਾਵੇਂ ਕਿਸੇ ਦੇ ਕੋਈ ਫਿਰਕੇ, ਕਿੰਨੇ ਕੁ ਆਪੋ ਆਪਣੇ ਰਸਤੇ ਨੇ, ਇਹ ਸਮੁੱਚਤਾ ਵਿੱਚ ਹੈ, ਇਹ ਟੋਟੈਲਿਟੀ ਵਿੱਚ ਹੈ ਕਿ ਸਾਰਿਆਂ ਦਾ ਧਰਮ ਕੇਵਲ ਇੱਕੋ ਹੈ। ਉਹ ਧਰਮ ਹੈ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਕਰਨੀ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ, ਜੇ ਕੋ ਜਾਣੈ ਪਿਓ। ਜਿਹੜਾ ਇਸ ਗੱਲ ਨੂੰ ਸਮਝ ਜਾਏ, ਇਸ ਭੇਦ ਨੂੰ ਸਮਝ ਜਾਏ, ਨਾਨਕ ਤਾ ਕਾ ਉਸ ਦਾ, ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਮੈਂ ਉਸ ਦਾ ਦਾਸ ਹਾਂ। ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਸੋਈ ਦਾ ਅਰਥ ਜਿੰਨੇ ਭਿਓ ਸਮਝ ਲਿਆ, ਉਹ ਕਾਲਖ ਰਹਿਤ। ਦਿਓ ਦਾ ਅਰਥ ਪ੍ਰਕਾਸ਼ ਰੂਪ ਹੈ ਗੁਰੂ, ਉਹਦੇ ਵਿੱਚ ਅਭੇਦ ਹੋ ਗਿਆ ਜਿੰਨੇ ਇੱਕ ਸ਼ਬਦ ਨੂੰ ਸਮਝ ਲਿਆ। ਆਓ ਥੋੜਾ ਜਿਹਾ ਫਿਰ ਮੈਂ ਬੇਨਤੀ ਕਰਾਂ। ਰਾਤ ਇੱਕ ਅਰਜ਼ ਕੀਤੀ ਸੀ, ਵੱਖਰੇ ਵੱਖਰੇ ਮੱਗ ਬਣੇ ਹੋਏ ਨੇ, ਰਸਤੇ ਬਣੇ ਨੇ, ਪਰ ਜਿਹਨੂੰ ਸਹੀ ਧਰਮ ਦੀ ਸਮਝ ਪੈ ਜਾਂਦੀ ਹੈ, ਧਰਮ ਅਸਲ 'ਚ ਰੱਬ ਦਾ ਬਣਾਇਆ ਹੋਇਆ ਆਪਣਾ ਇੱਕ ਨੇਮ ਹੈ। ਧਰਮ ਪਰਮਾਤਮ ਦੇਵ ਦਾ ਆਪਣਾ ਬਣਾਇਆ ਹੋਇਆ ਉਹ ਨੇਮ ਹੈ। ਧਰਮ ਲਈ ਲਫ਼ਜ਼ ਰਾਤ ਮੈਂ ਨਾਮ ਵਰਤਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅੰਦਰ ਇੱਕ ਤੁਕ ਅਸੀਂ ਪੜ੍ਹੀ ਸੀ ਕਿ ਮੰਨੈ ਧਰਮ ਸੇਤੀ ਸੰਬੰਧ। ਉਸ ਤੋਂ ਪਹਿਲਾਂ ਅੰਮ੍ਰਿਤ ਬੋਲ ਨੇ ਕਿ ਜਿਹਦਾ ਧਰਮ ਨਾਲ ਸੰਬੰਧ ਬਣ ਜਾਂਦਾ ਹੈ
ਉਹਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਮੰਨ ਲਏਗਾ, ਜਿਹੜਾ ਇਸ ਗੱਲ ਨੂੰ ਜ਼ਿੰਦਗੀ 'ਚ ਅਪਣਾ ਲਏਗਾ, ਮਾਰਗ ਦਾ ਅਰਥ ਹੈ ਰਸਤਾ, ਠਾਕ ਦਾ ਅਰਥ ਸਾਰੇ ਜਾਣਿਆ ਰੁਕਾਵਟ, ਉਸ ਦੇ ਮਾਰਗ ਵਿੱਚ, ਉਹਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੋ ਸਕਦੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੇ ਪੰਥ। ਪਾਵਾਂ ਕਿਸ ਤੁਕ ਦੇ ਅਰਥ ਹਰ ਵਿਦਵਾਨ ਨੇ ਆਪਣੇ ਢੰਗ ਨਾਲ ਕੀਤੇ, ਪਰ ਮੈਂ ਆਪ ਜੀ ਦੇ ਸਨਮੁਖ ਇੱਕ ਅਰਜ਼ ਜ਼ਰੂਰ ਕਰ ਦੇਣਾ ਕਿ ਗੁਰਬਾਣੀ ਆਗਾਦ ਬੋਧ ਹੈ। ਇਹਦੀ ਕਥਾ, ਇਹਦੀ ਵਿਚਾਰ, ਇਸ ਸੰਬੰਧੀ ਲਿਖਣਾ, ਇਸ ਸੰਬੰਧੀ ਬੋਲਣਾ, ਇਸ ਸੰਬੰਧੀ ਵਿਚਾਰਨਾ, ਕਦੀ ਵੀ ਲਿਖਾਰੀ ਵਿਦਵਾਨ ਬੁਲਾਰਾ ਇਹ ਦਾਵਾ ਮਤ ਪੇਸ਼ ਕਰੇ ਕਿ ਜੋ ਕੁਝ ਮੈਂ ਕਹਿ ਦਿੱਤਾ ਹੈ ਆਖਰੀ ਅਰਥ ਇਹ ਹੀ ਕੇਵਲ ਬਣਦਾ ਹੈ। ਮੇਰੀ ਇਹ ਬੇਨਤੀ ਧਿਆਨ ਨਾਲ ਜ਼ਰੂਰ ਸੁਣਿਓ। ਇੱਕ ਵਾਰ ਮੈਂ ਅਰਜ਼ ਵੀ ਕੀਤੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਸ਼ਮੀਰ ਦੀ ਧਰਤੀ ਜਾਂਦਿਆਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਕੀਤੇ ਸਨ। ਸਾਡਾ ਇਤਿਹਾਸ ਕਹਿੰਦਾ ਹੈ ਜਦੋਂ ਜਪ ਜੀ ਬਾਣੀ ਦੇ ਅਰਥ ਕੀਤੇ, ਭੋਗ ਪਾਇਆ, ਤੇ ਗੁਰਸਿੱਖਾਂ ਨੇ ਸ਼ੁਕਰਾਨੇ ਵਜੋਂ ਅਰਦਾਸ ਕਰਕੇ ਬੇਨਤੀ ਕੀਤੀ, ਮਾਲਕ ਸਤਿਗੁਰੂ ਆਪ ਜੀ ਨੇ ਤਰਸ ਕੀਤਾ ਕਿ ਜਪ ਜੀ ਸਾਹਿਬ ਦੀ ਬਾਣੀ ਦੇ ਅਰਥ ਆਪ ਜੀ ਨੇ ਕੀਤੇ। ਉੱਥੇ ਸਾਡੇ ਇਤਿਹਾਸਿਕ ਗ੍ਰੰਥ ਦੇ ਬੋਲ ਨੇ, ਮਹਾਰਾਜ ਜੀ ਨੇ ਇਹ ਸ਼ਬਦ ਕਹੇ ਸਨ ਕਿ ਬਹੁਰ ਸ਼੍ਰੀ ਮੁਖ ਬਚਨ ਪਖਾਨੋ ਅਰਥ ਯਾਹੇ ਗੁਰੂ ਨਾਨਕ ਜਾਨੋ। ਕਹਿੰਦੇ ਅਸੀਂ ਸ਼ਬਦ ਦੇ ਬੋਲ ਕੇ ਅਰਥ ਕਰ ਦਿੱਤੇ ਨੇ, ਪਰ ਅਸਲ 'ਚ ਤਾਂ ਇਸ ਅੰਮ੍ਰਿਤ ਬੋਲ ਜਿਹੜੇ ਜਪ ਦੇ ਅਰਥ ਨੇ ਗੁਰੂ ਨਾਨਕ ਸਾਹਿਬ ਜਾਣਨ। ਹੁਣ ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਭਾਵੇਂ ਮੇਰਾ ਇਹ ਵਿਸ਼ਾ ਨਹੀਂ ਅੱਜ ਦਾ ਏ। ਦੇਖੋ, ਜਿਸ ਬਾਰੇ ਗੁਰਬਾਣੀ ਖੁਦ ਕਹਿ ਰਹੀ ਹੈ ਵੀ ਖਾਮੋਸ਼ੀ ਨਹੀਂ ਕੁਝ ਕਿਹਾ ਜਾ ਸਕਦਾ, ਕਿ ਸਾਡੇ ਵਰਗਾ 4 ਅੱਖਰ ਪੜ੍ਹ ਕੇ ਉਸ ਬਾਰੇ ਪੂਰਾ ਕੁਝ ਕਹਿ ਸਕੇਗਾ? ਫਿਰ ਧਿਆਨ ਨਾਲ ਸੁਣੋ। ਜੇ ਗੁਰੂ ਸਾਹਿਬ ਇਹ ਬੋਲ ਕਹਿ ਰਹੇ ਨੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਪਰ ਅਸੀਂ ਜਦੋਂ ਇਹ ਬਚਨ ਪੜ੍ਹਨੇ ਹਾਂ ਕਿ ਇਸ ਵਿੱਚ ਹਰ ਚੀਜ਼ ਪਰਮਾਤਮਾ ਦੇ ਹੁਕਮ ਵਿੱਚ ਹੈ, ਪਰ ਕੀ ਉਸ ਦੇ ਹੁਕਮ ਨੂੰ ਕੋਈ ਸਾਰੇ ਸਮਝ ਲੈਣਗੇ? ਨਹੀਂ, ਉਹਨੂੰ ਸਮਝਿਆ ਜਾ ਸਕਦਾ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜੇ ਖੋਂ ਜਾਣਾ ਆਖਾਂ ਨਾਹੀ, ਜਾਣਨ ਦੇ ਬਾਵਜੂਦ ਬਾਬਾ ਜੀ ਨਹੀਂ ਆਖਦੇ ਪਏ, ਤੇ ਆਪਾਂ ਤਾਂ ਜਾਣਿਆ ਵੀ ਕੋਈ ਨਹੀਂ, ਆਪਾਂ ਕੀ ਆਖ ਸਕਾਂਗੇ? ਜੇ ਖੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਕਹਿੰਦੇ ਨੇ ਬਸ ਇਹ ਗੱਲ ਤੂੰ ਆਪਣੀ ਜ਼ਿੰਦਗੀ ਚੇਤੇ ਰੱਖ, ਤੂੰ ਬਜਾਏ ਕਿ ਅੰਤ ਪਾਣ ਦੀ ਥਾਂ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਬੇਨਤੀ ਸੁਣਿਓ ਜੋ ਅਰਜ਼ ਕਰਨੀ ਚਾਹੁੰਦਾ ਕਿ ਸਤਿਗੁਰੂ ਦੀ ਇਸ ਪਵਿੱਤਰ ਪੌੜੀ ਦੇ ਅਰਥ ਕਿ ਜਿਹੜਾ ਉਸ ਦੇ ਗੱਲ ਨੂੰ ਮੰਨ ਲਵੇਗਾ, ਅਸਲ 'ਚ ਗੱਲ ਮੰਨਣ ਦਾ ਅਰਥ ਦੁਨਿਆਵੀ ਨਹੀਂ। ਜੇ ਅਸੀਂ ਇਸ ਨੂੰ ਧਿਆਨ ਨਾਲ ਪੌੜੀ ਨੂੰ ਪੜ੍ਹੀਏ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ, ਪਹਿਲਾ ਮਨ, ਜੇ ਕੋ ਮਨ ਜਾਣੇ ਮਨ ਕੋਏ। ਜਿਹੜਾ ਨਾਮ ਨੂੰ ਮੰਨ ਲਏਗਾ, ਜਿਹੜਾ ਨਿਰੰਜਨ ਦੀ ਬੰਦਗੀ ਨੂੰ ਮੰਨ ਲਏਗਾ, ਜਿਹੜਾ ਪਰਮਾਤਮਾ ਦੀ ਇਬਾਦਤ ਵਿੱਚ ਜੁੜ ਜਾਏਗਾ, ਤੇ ਸਤਿਗੁਰੂ ਕਹਿੰਦੇ ਨੇ ਫਿਰ ਬਖਸ਼ਿਸ਼ ਕੀ ਹੋਵੇਗੀ? ਉਹਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆ ਸਕੇਗੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਤੇ ਯਾਦ ਰੱਖਿਓ, ਆਪਾਂ ਇਸ ਤੁਕ ਤੋਂ ਦੂਰ ਨਹੀਂ ਜਾਣਾ। ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਪਿਓ। ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਹੁਣ ਅਰਥ ਬੜੇ ਸੌਖੇ ਨੇ। ਮਗ ਦਾ ਅਰਥ ਵੀ ਰਸਤਾ ਹੈ ਤੇ ਪੰਥ ਦਾ ਅਰਥ ਵੀ ਰਸਤਾ ਹੈ। ਡਾਕਟਰ ਨੇਕੀ ਸਾਹਿਬ ਨੇ ਬਹੁਤ ਸੋਹਣੇ ਦੇ ਅਰਥ ਕੀਤੇ। ਉਹ ਕਹਿੰਦੇ ਨੇ ਅਸਲ 'ਚ ਮਗ ਤੇ ਪੰਥ ਲਫ਼ਜ਼ ਰਸਤੇ ਨੇ, ਤੇ ਅਸਲ 'ਚ ਸਹੀ ਅਰਥਾਂ ਵਿੱਚ ਹਰ ਬੰਦਾ ਆਪਣੇ ਆਪਣੇ ਪੰਥ ਦੀ, ਆਪਣੇ ਆਪਣੇ ਮਗ ਦੀ ਗੱਲ ਕਰ ਰਿਹਾ ਹੈ। ਇਹਨੂੰ ਧਿਆਨ ਨਾਲ ਸੁਣਿਓ। ਮੈਂ ਆਪਣੇ ਪੰਥ ਦੀ, ਆਪਣੇ ਮਤ ਦੀ ਗੱਲ ਕਰਾਂਗਾ, ਫਿਰ ਥੋੜ੍ਹਾ ਜਿਹਾ ਇਹਨੂੰ ਖੁੱਲ੍ਹੇ ਦਿਲ ਨਾਲ। ਦੂਸਰਾ ਆਪਣੇ ਮਤ ਦੀ ਗੱਲ ਕਰੇਗਾ। ਆਪਣੇ ਆਪਣੇ ਮੱਗ, ਆਪਣੇ ਆਪਣੇ ਪੰਥ, ਆਪਣੇ ਆਪਣੇ ਰਸਤੇ ਦੀ ਗੱਲ ਕੀਤੀ ਜਾ ਰਹੀ ਹੈ, ਪਰ ਜਿਸ ਤੱਕ ਪਹੁੰਚਣਾ ਹੈ ਉਸ ਦੀ ਗੱਲ ਨਹੀਂ ਕੀਤੀ ਜਾ ਰਹੀ।
ਮੀਲ ਪੱਥਰ ਪਕੜਿਆ ਜਾ ਰਿਹਾ ਹੈ, ਪਰ ਸਫ਼ਰ ਨਹੀਂ ਕੀਤਾ ਜਾ ਰਿਹਾ। ਸਿਰਫ ਰਸਤੇ ਦੀ ਵਿਆਖਿਆ ਕੀਤੀ ਜਾ ਰਹੀ ਹੈ। ਹੁਣ ਮੰਨ ਲਓ ਸ਼ਿਮਲੇ ਅਸੀਂ ਬੈਠੇ ਹਾਂ, ਦਿੱਲੀ ਜਾਣਾ ਹੈ, ਅਸੀਂ ਰੋਜ਼ ਉਸ ਰਸਤੇ ਦੀ ਵਿਆਖਿਆ ਕਰਨੇ ਹਾਂ ਕਿ ਇੰਨਾ ਕੁ ਫੰਦ ਕਰਨਾ ਪਏਗਾ, ਇੰਨੇ ਮੀਲ ਹੋਵੇਗਾ ਜਾਂ ਇੰਨੇ ਕਿਲੋਮੀਟਰ। ਇੱਥੇ ਬੈਠਾ ਬੰਦਾ ਹੋਇਆ, ਮੈਂ ਕਹਿੰਦਾ ਇੱਕ ਦਿਨ ਨਹੀਂ, 2 ਦਿਨ ਨਹੀਂ, ਪੂਰਾ ਇੱਕ ਯੁੱਗ ਜੇ ਸਿਰਫ ਰਸਤੇ ਦੀ ਵਿਆਖਿਆ ਕਰੀ ਜਾਏ, ਮੈਨੂੰ ਦੱਸੋ ਕਦੀ ਉਹ ਦਿੱਲੀ ਪਹੁੰਚ ਸਕੇਗਾ? ਜਿੰਨੀ ਦੇਰ ਤੱਕ ਉਹ ਚੱਲੇਗਾ ਨਹੀਂ, ਉਨੀ ਦੇਰ ਤੱਕ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਸੱਚ ਇਹ ਵੇ, ਅੱਜ ਜ਼ਿਆਦਾਤਰ ਅਸੀਂ ਜਿੰਨੇ ਵੀ ਲੋਕ ਹਾਂ ਸੰਪਰਦਾਵਾਂ ਨਾਲ ਜੁੜੇ ਹੋਏ, ਸੰਪਰਦਾ ਦਾ ਅਰਥ ਸਿੱਖ ਧਰਮ ਦੀਆਂ ਸੰਪਰਦਾਵਾਂ ਨਾ ਮੰਨਿਓ, ਆਪਣੋ ਆਪਣੇ ਮਤਾਂਤਰਾਂ ਦੀ ਸੰਪਰਦਾਵਾਂ। ਹਰ ਬੰਦਾ ਜਿਹੜਾ ਆਪਣੇ ਮੱਗ ਦੀ, ਆਪਣੇ ਪੰਥ ਦੀ ਗੱਲ ਕਰਦਾ ਹੈ, ਪਰ ਪੰਥ ਰਾਹੀਂ ਜਿਸ ਮੰਜ਼ਿਲ ਤੇ ਪਹੁੰਚਣਾ ਹੈ ਉੱਥੇ ਚੱਲਣ ਵਾਸਤੇ ਕੋਈ ਤਿਆਰ ਨਹੀਂ। ਇਸੇ ਕਰਕੇ ਭਾਈ ਸਾਹਿਬ ਨੇ ਸ਼ਬਦ ਕਹੇ, ਪੁੱਛਤੈ ਪਚਤਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਮਝਾਈਏ। ਰਸਤੇ ਦੀ ਗੱਲ ਹੋ ਰਹੀ ਪਰ ਚੱਲਿਆ ਨਹੀਂ ਜਾ ਰਿਹਾ। ਇਸੇ ਨੂੰ ਮੇਰੇ ਸਤਿਗੁਰੂ ਨੇ ਗੁਣਵੰਤੀ ਵਿੱਚ ਕਿਹਾ, ਜਦੋਂ ਇਹ ਸ਼ਬਦ ਕਿਹਾ ਨਾ ਕਿ ਤੁਸੀਂ ਮੈਨੂੰ ਕਿਰਪਾ ਕਰਕੇ ਦੱਸੋ ਕਿ ਸੋਈ 10 ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜਿਓ, ਇਹ ਮਨ ਤੈ ਕੂ ਡੇਵਸਾਂ ਮੈਂ ਮਾਰਗ ਦੇਖੋ ਬਤਾਏ ਜੀ। ਮੈਨੂੰ ਰਸਤਾ ਦੱਸੋ, ਮੱਗ ਦੱਸੋ, ਪੰਥ ਦੱਸੋ, ਮੈਂ ਮਾਰਗ ਦੇਹੋ ਬਤਾਏ ਜੀ। ਉੱਥੇ ਸਤਿਗੁਰੂ ਨੇ ਨਾ ਜਿਹੜਾ ਮਾਰਗ ਦੱਸਿਆ, ਉਹਨਾਂ ਨੇ ਪ੍ਰੈਕਟੀਕਲ ਕਿਹਾ ਹੈ, ਕਰਨੀ ਪ੍ਰਦਾਨ ਕਿਹਾ ਹੈ, ਇਤ ਮਾਰਗ ਚੱਲੈ। ਉਹਨਾਂ ਪੁੱਛਿਆ, ਕਹਿਣ ਲੱਗੇ ਚੱਲਣਾ ਪਏਗਾ, ਮਾਰਗ ਕਥਨ ਨਹੀਂ ਕੀਤਾ। ਹਾਂ ਚੱਲਣਾ ਪਏਗਾ, ਤੁਰਨਾ ਪਏਗਾ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜਿਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜਿਓ, ਇਉਂ ਪਾਵੇਂ ਹਰ ਦਰਸਾਵੜਾ ਨ ਲੱਗੈ ਤਤੀ ਵਾਹਿ ਜੀ। ਉੱਥੇ ਸ਼ਬਦ ਵਰਤਿਆ ਚੱਲ, ਇਤ ਮਾਰਗ ਚੱਲੇ ਭਾਈੜੇ। ਫਿਰ ਅਰਜ਼ ਹੈ, ਆਪਣੇ ਆਪਣੇ ਪੰਥ ਦੀ ਗੱਲ ਚੱਲ ਰਹੀ ਹੈ। ਸਤਿਗੁਰੂ ਕਹਿੰਦੇ ਨੇ ਜਿਹਦਾ ਸਿੱਧਾ ਸੰਬੰਧ ਧਰਮ ਨਾਲ ਬਣ ਜਾਏ, ਮੰਨੈ ਮੱਗ ਨਾ ਚੱਲੈ ਪੰਥ। ਕਈਆਂ ਨੇ ਇਹ ਅਰਥ ਕੀਤੇ, ਮੱਗ ਦਾ ਅਰਥ ਕੀਤਾ ਬਾਕੀ ਜਿਹੜੇ ਅਨਮਤਾਂ ਦੇ ਰਸਤੇ ਨੇ, ਪੰਥ ਦਾ ਅਰਥ ਕੀਤਾ ਜਿਹੜਾ ਪਰਮਾਤਮਾ ਦੇ ਘਰ ਨੂੰ ਜਾਣ ਵਾਲਾ ਹੈ। ਪਰ ਮੈਂ ਫਿਰ ਬੇਨਤੀ ਕਰਾਂਗਾ, ਜੇ ਨੰਨੇ ਨੂੰ ਆਪਾਂ ਦੇਲੀ ਦੀਪਕ ਵਿੱਚ ਲੈ ਲਈਏ, ਮੰਨੈ ਮੱਗ ਨਾ ਚੱਲੈ ਪੰਥ, ਜਿੰਨੇ ਨਾਮ ਨੂੰ ਮੰਨ ਲਿਆ ਉਹ ਐਵੇਂ ਪਰਪੰਚੀਆਂ ਪਖੰਡੀਆਂ ਦੇ ਪਿੱਛੇ ਲੱਗ ਕੇ ਜਾਂ ਕੇਵਲ ਸਿਰਫ ਗਾਲੜੀ ਪੰਥ ਦੇ ਪਿੱਛੇ ਨਹੀਂ ਤੁਰਦਾ, ਜਿੱਥੇ ਸਿਰਫ ਗੱਲਾਂ ਨੇ ਪਿਆਰਿਓ, ਉਹ ਕਿਸੇ ਮੱਗ ਤੇ ਕਿਸੇ ਦੂਸਰੇ ਪੰਥ ਨਹੀਂ ਚੱਲਦਾ। ਉਹਦਾ ਸਿਰਫ ਇੱਕੋ ਸੰਬੰਧ ਬਣ ਜਾਂਦਾ ਧਰਮ ਨਾਲ, ਤੇ ਧਰਮ ਨਾਲ ਜਿਹਦਾ ਸੰਬੰਧ ਬਣ ਜਾਂਦਾ ਉਹ ਹੀ ਨਾਮ ਨੂੰ ਆਪਣੇ ਅੰਦਰੋਂ ਮੰਨ ਲੈਂਦਾ ਹੈ। ਨਾਮ ਹੀ ਇੱਕ ਉਹ ਧਰਮ ਹੈ। ਦੇਖੋ ਗੁਰੂ ਸਾਹਿਬ ਦੇ ਨਾ, ਗੁਰੂ ਨਾਨਕ ਸਾਹਿਬ ਨਾਲ ਵਾਪਰਿਆ ਇਹ ਕਥਾ ਸ਼ਾਇਦ ਰਿਪੀਟ ਹੋਵੇ, ਮੈਂ ਫਿਰ ਅਰਜ਼ ਕਰਾਂਗਾ, ਕਿਉਂਕਿ ਕਈ ਵਾਰੀ ਕਈ ਸ਼ਬਦ ਦੁਬਾਰਾ ਆਉਂਦੇ। ਕਈ ਵਾਰੀ ਬੰਦਾ ਸੱਚ ਧਰਮ ਨੂੰ ਜਾਣਨ ਦੇ ਬਾਵਜੂਦ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ, ਕਿਉਂਕਿ ਉਹਨੂੰ ਆਪਣੇ ਮੱਗ ਤੇ ਆਪਣੇ ਪੰਥ ਦੀ ਈਗੋ ਨਹੀਂ ਟਿਕਣ ਦਿੰਦੀ। ਲੋਕ ਲਾਚ ਫਸਿਆ ਹੁੰਦਾ, ਸਮਝ ਪੈ ਜਾਂਦੀ ਵੀ ਜੋ ਦੱਸਿਆ ਜਾ ਰਿਹਾ ਸੱਚ ਹੈ, ਪਰ ਆਪਣੀ ਪਕੜ ਛੱਡਣ ਨੂੰ ਤਿਆਰ ਨਹੀਂ। ਅਸੀਂ 2-3 ਤੁਕਾਂ ਸਿਰਫ ਲਵਾਂਗੇ ਕਿ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਪਵਿੱਤਰ ਬਚਨ ਕਹੇ ਕਿ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੇ ਖਮਰੇ ਪੰਥ ਕਰੇ ਉਜਿਆਲਾ। ਉੱਥੇ ਲਫ਼ਜ਼ ਹਮਰੇ ਪੰਥ ਵਰਤਿਆ, ਪਾਰ ਬ੍ਰਹਮ ਕਾ ਪੰਥ ਨਹੀਂ ਵਰਤਿਆ। ਭਾਈ ਸਾਹਿਬ ਕਹਿੰਦੇ ਨੇ, ਜੋਗੀ ਕਹਿ ਰਹੇ ਨੇ ਕਿ ਜੇ ਕਿਤੇ ਇਹ ਬਾਲਕਾ, ਇਹ ਬੱਚਾ ਗੁਰੂ ਸਾਹਿਬ ਨੂੰ ਛੋਟੀ ਉਮਰ ਦਾ ਜਾਣ ਕੇ, ਤੇ ਬਾਲਾ ਦਾ ਅਰਥ ਬਾਲਕਾ, ਇਹ ਬੱਚਾ ਸਾਡੇ ਪੰਥ ਨੂੰ ਕਿਤੇ ਜੇ ਸਾਡੇ ਪੰਥ ਚ ਆ ਜਾਏ, ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੇ ਖਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚਾਲਾ। ਮੈਂ ਸਿਰਫ ਤੁਕਾਂ ਲੈਣੀਆਂ ਨੇ, ਜੋ ਸ਼ਬਦ ਕਰ ਰਹੇ ਉਹਦੇ ਤੱਕ ਸੀਮਤ। ਬਾਬਾ ਆਇਆ ਪਾਣੀਏ, ਡਿੱਠੇ ਰਤਨ ਜਵੇਖਰ ਲਾਲਾ। ਸਤਿਗੁਰੂ ਨੇ ਗੋਸ਼ਟ ਕੀਤੀ, ਉੱਤਰ ਕੋਈ ਨਹੀਂ, ਨਿਰ ਉੱਤਰ ਹੋ ਗਿਆ ਜੋਗੀ ਸਿੱਧ। ਪਰ ਇੱਕੋ ਇੱਕ ਮਨ ਚ ਆਇਆ ਵੀ ਇਹ ਗੱਲਾਂ ਨਾਲ ਤਾਂ ਸਾਨੂੰ ਹਰਾ ਗਿਆ ਹੈ, ਤੇ ਗੁਰੂ ਸਾਹਿਬ ਦਾ ਮਕਸਦ ਇਹ ਨਹੀਂ ਸੀ ਮੈਂ ਕਿਸੇ ਨੂੰ ਹਰਾਣਾ। ਸਤਿਗੁਰੂ ਦਾ ਮਕਸਦ ਸਿਰਫ ਇੰਨਾ ਹੈ ਕਿ ਜਿਹੜਾ ਬੈਠਾ ਹੈ ਉਹਨੂੰ ਉੱਠ ਕੇ ਤੁਰਨ ਦੀ ਜਾਚ ਦੱਸ ਦਈਏ। ਜਿਹਨੂੰ ਤਰਨ ਦੀ ਜਾਚ ਨਹੀਂ ਆਉਂਦੀ ਉਹ ਭਵ ਸਾਗਰ ਤੋਂ ਤਰ ਸਕੇ।
ਉਹਨਾਂ ਕਿਹਾ ਫਿਰ ਇੱਕ ਕੰਮ ਕਰੀਏ ਕਿ ਇਸ ਨੂੰ ਆਪਣੀ ਮਾਇਆ ਦਾ ਛਲਾਵਾ ਚਮਤਕਾਰ ਦਿਖਾਈਏ। ਠੀਕ ਹੈ, ਭਾਈ ਸਾਹਿਬ ਦੇ ਕਥਨ ਮੁਤਾਬਕ ਉਹਨਾਂ ਖੱਪਰ ਦਿੱਤਾ, ਪਾਤਰ ਦਿੱਤਾ, ਭਾਂਡਾ ਦਿੱਤਾ ਕਿ ਸਾਹਮਣੇ ਪਹਾੜੀ ਤੋਂ ਪਾਣੀ ਭਰ ਕੇ ਲਿਆਓ। ਮਹਾਰਾਜ ਜਾਂਦੇ ਨੇ, ਉੱਥੇ ਪਾਣੀ ਨਹੀਂ। ਭਾਈ ਸਾਹਿਬ ਕਹਿੰਦੇ ਚਮਕਦੇ ਹੋਏ ਪੱਥਰ, ਹੀਰੇ ਮੋਤੀ ਨੇ। ਹਜ਼ੂਰ ਵਾਪਸ ਆ ਗਏ ਨੇ ਤੇ ਉਹ ਪੁੱਛਦੇ ਨੇ ਖਾਲੀ ਬਰਤਨ, ਖਾਲੀ ਖੱਪਰ ਭਾਂਡਾ ਲੈ ਕੇ ਆਏ? ਤੇ ਮਹਾਰਾਜ ਕਹਿੰਦੇ ਨੇ ਉੱਥੇ ਪਾਣੀ ਹੈ ਨਹੀਂ। ਤੇ ਭਾਈ ਸਾਹਿਬ ਨੇ ਅੱਗੇ ਜਿਹੜੇ ਲਫ਼ਜ਼ ਵਰਤੇ ਨੇ ਉਹ ਧਿਆਨ ਦੇਣ ਵਾਲੇ ਨੇ। ਸ਼ਬਦ ਨਾਲ, ਧਰਮ ਨਾਲ ਜਿੱਤਿਆ ਬਾਬੇ ਨੇ। ਬਾਬਾ ਆਇਆ ਪਾਣੀਏ, ਡਿੱਠੇ ਰਤਨ ਜਵੇਹਰ ਲਾਲਾ, ਫਿਰ ਆਇਆ ਗੁਰ, ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ। ਅੱਗੇ ਕਹਿੰਦੇ ਨੇ ਕਿ ਸਤਿਗੁਰ ਅਗੰਮ ਆਗਾਦ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਉਹਦੇ ਵਿੱਚ ਇੱਕ ਬਚਨ ਹੈ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਸ਼ਬਦ ਜਿੱਤੀ, ਉਹ ਕਿਹੜਾ ਸ਼ਬਦ ਸੀ? ਸਰਬ ਸ਼ਬਦੰ ਏਕ ਸ਼ਬਦੰ, ਇੱਕ ਪਰਮਾਤਮਾ ਦਾ ਨਾਮ। ਇੱਕ ਨਾਮ ਦੀ ਬਦੌਲਤ ਉਹਨਾਂ ਨੇ ਸਿੱਧਾਂ ਦੀ ਮੰਡਲੀ ਨੂੰ ਵੀ ਜਿੱਤ ਲਿਆ। ਸਾਹਿਬ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਪਰ ਉਹ ਪੰਥ ਨਿਆਰਾਪਨ, ਜਿਵੇਂ ਜੋਗ ਵਾਲਾ ਸ਼ਬਦ ਮੈਂ ਵਰਤਿਆ, ਬ੍ਰਾਹਮਣ ਦਾ ਪੰਥ ਵਰਤਿਆ, ਉਹ ਪੰਥ ਸੀ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ। ਮੇਰੀ ਅਰਜ਼ ਹੈ ਕਿ ਸਿੱਧਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਕੋਲ ਸੱਚ ਧਰਮ ਹੈ, ਪਰ ਸੰਪਰਦਾ ਦੀ ਜਿਹੜੀ ਕੰਬਲੀ ਉਹ ਛੱਡਣ ਨੂੰ ਤਿਆਰ ਨਹੀਂ ਸਨ। ਉਹ ਆਪਣੀ ਜਿਹੜੀ ਜੋਗ ਮਤ ਦੀ ਈਗੋ ਹੈ ਉਹਨੂੰ ਛੱਡਣ ਨੂੰ ਤਿਆਰ ਨਹੀਂ। ਹਉਮੈ ਕਹਿੰਦੀ ਏ ਕੱਲ ਦਾ ਬਾਲਕਾ, ਤੁਹਾਡਾ ਤਾਂ ਸਦੀਆਂ ਦਾ, ਯੁੱਗਾਂ ਦਾ ਇਹ ਪੰਥ ਚੱਲਦਾ ਪਿਆ ਹੈ। ਅੰਦਰ ਮੰਨਦਾ ਪਿਆ ਹੈ ਕਿ ਇਹਦੇ ਕੋਲ ਸੱਚਾਈ ਏ, ਪਰ ਚੇਤੇ ਰੱਖਿਓ ਉਹਨਾਂ ਦੀ ਸੰਪਰਦਾ ਸੱਚਾਈ ਅੱਗੇ ਝੁਕਣ ਨਹੀਂ ਦਿੰਦੀ। ਅੱਜ ਵੀ ਸਾਡਾ ਦੁਖਾਂਤ ਹੈ, ਸਾਡੇ ਵਿੱਚ ਵੀ ਵੱਖ-ਵੱਖ ਆਪੋ ਆਪਣੀਆਂ ਜਥੇਬੰਦੀਆਂ ਨੇ। ਸਮਝ ਸੱਚਾਈ ਦੀ ਲੱਗ ਜਾਂਦੀ ਏ, ਪਰ ਅੰਦਰ ਦੀ ਜਿਹੜੀ ਸੰਪਰਦਾ ਦੀ ਪਕੜ ਉਹ ਸਾਨੂੰ ਸੱਚਾਈ ਵਾਲੇ ਪਾਸੇ ਝੁਕਣ ਨਹੀਂ ਦਿੰਦੇ। ਬਾਬਾ ਜੀ ਨੇ ਉੱਥੇ ਸ਼ਬਦ, ਪੰਥ, ਦੋ ਸ਼ਬਦ ਵਰਤੇ ਖਾਸ ਕਰਕੇ। ਸ਼ਬਦ ਨਾਲ ਆਪਣਾ ਪੰਥ ਨਿਰਾਲਾ ਕੀਤਾ, ਕਿਉਂਕਿ ਬੰਦਗੀ ਵਾਲਿਆਂ ਦਾ ਰਸਤਾ ਸੰਕੀਰਨਤਾ, ਕੱਟੜਤਾ ਤੇ ਰੌਲਾ ਪਾਉਣ ਵਾਲਿਆਂ ਨਾਲ ਹਮੇਸ਼ਾ ਵੱਖ ਹੀ ਹੁੰਦਾ ਹੈ। ਦੂਸਰੀ ਬੇਨਤੀ ਕਰਾਂ, ਹਜ਼ੂਰ ਕੱਲਾ ਸਿੱਧਾਂ ਨੂੰ ਨਹੀਂ, ਧਿਆਨ ਰੱਖਿਓ ਆਪਾਂ ਇਹ ਗੱਲ ਕਰ ਰਹੇ ਹਾਂ ਸਰਬ ਸ਼ਬਦਨ ਏਕ ਸ਼ਬਦਨ। ਮਹਾਰਾਜ ਅਰਬ 'ਚ ਜਾਂਦੇ ਨੇ, ਭਾਈ ਸਾਹਿਬ ਦੀ ਰਚਨਾ ਲੈ ਲਈਏ ਕਿ ਪੁੱਛਣ ਗੱਲ ਈਮਾਨ ਦੀ, ਧਰਮ ਦੀ ਗੱਲ ਪੁੱਛਦੇ ਆ, ਈਮਾਨ ਦਾ ਅਰਥ ਧਰਮ ਕਰ ਲਈਏ। ਕਾਜ਼ੀ ਮੁੱਲਾ ਇਕੱਠੇ ਹੋਏ, ਮੁਲਾਣੇ ਵਿਦਵਾਨ ਤੇ ਕਾਜ਼ੀ ਇਕੱਠੇ ਹੋ ਕੇ ਕਹਿੰਦੇ ਸਾਨੂੰ ਧਰਮ ਦੀ ਗੱਲ ਸੁਣਾਓ। ਧਰਮ ਬਾਰੇ ਪੁੱਛਦੇ ਨੇ, ਪਰ ਉਹ ਵੀ ਧਰਮ ਬਾਰੇ, ਖੁਦਾ ਬਾਰੇ ਨਹੀਂ ਪੁੱਛਦੇ ਪਏ। ਗੱਲ ਸੁਣਿਓ, ਰੱਬ ਬਾਰੇ ਨਹੀਂ ਪੁੱਛਦੇ ਪਏ, ਅੱਲਾ ਦੇ ਵਿਰਦ ਤੇ ਅੱਲਾ ਦਾ ਜ਼ਿਕਰ, ਅੱਲਾ ਦੇ ਮਿਲਾਪ ਬਾਰੇ ਨਹੀਂ ਪੁੱਛ ਰਹੇ। ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ ਕਹਿੰਦੇ ਨੇ ਗੱਲ ਈਮਾਨ ਦੀ ਪੁੱਛਦੇ ਨੇ, ਪਰ ਉਹ ਵੀ ਚਾਹੁੰਦੇ ਨੇ ਕਿ ਘੱਟੋ ਘੱਟ ਇਹ ਫਕੀਰ, ਇਹ ਦਰਵੇਸ਼ ਆਪਣੀ ਜ਼ਬਾਨ ਤੋਂ ਸਾਨੂੰ ਸਟੈਂਪ ਲਾ ਕੇ ਦੇ ਜਾਏ ਕਿ ਮੁਸਲਮਾਨ ਉੱਚਾ ਹੈ ਤੇ ਹਿੰਦੂ ਨੀਵਾਂ ਹੈ। ਈਮਾਨ ਦੀ ਗੱਲ ਸ਼ੁਰੂ ਹੋਈ, ਪਰ ਸੰਪਰਦਾ ਤੇ ਮੁੱਕਦੀ ਪਈ। ਪੁੱਛਣ ਗੱਲ ਈਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ। ਇਹ ਤੇ ਪੁੱਛੇ ਨਹੀਂ ਅੱਲਾ ਕਿੰਨਾ ਕੁ ਵੱਡਾ ਹੈ। ਮੈਂ ਤਾਂ ਅਰਜ਼ ਕੀਤੀ, ਹਰ ਬੰਦਾ ਆਪੋ ਆਪਣੇ ਧਰਮ ਨੂੰ ਆਪਣੇ ਆਪਣੇ ਦਾਇਰੇ 'ਚ ਬੈਠਾ, ਆਪਣੇ ਸਿਰਜੇ ਹੋਏ ਖਿਆਲਾਂ 'ਚ। ਉੱਥੇ ਵੀ ਸਾਹਿਬ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ। ਬਾਬਾ ਜੀ ਦੇ ਲਫ਼ਜ਼ ਸੁਣਨ ਵਾਲੇ ਸਨ, ਕਹਿਣ ਲੱਗੇ ਬਾਬਾ ਆਖੇ ਖਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਸਰਬ ਸ਼ਬਦੰ ਏਕ ਸ਼ਬਦੰ ਨਹੀਂ, ਸ਼ੁਭ ਅਮਲ ਨਹੀਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਵੇਂ ਦਰ ਗਏ ਅੰਦਰ, ਲੈਣ ਨਾ ਢੋਈ। ਪਿਆਰੇ ਹੋਏ ਸ਼ਬਦ ਕਿਉਂ ਕਹੇ? ਮੈਂ ਤਾਂ ਇਹ ਥੋੜੀ ਜਿਹੀ ਰਿਪੀਟ ਕਥਾ ਹੋਵੇਗੀ ਆਸਾ ਕੀ ਵਾਰ ਵਿੱਚ। ਮੇਰੀ ਇੱਕ ਬੇਨਤੀ ਹੈ ਕਿ ਜੋ ਕਹਿ ਰਿਹਾ ਹੈ, ਜੋਗੀ ਕਹਿੰਦਾ ਮੇਰਾ ਸੱਚ ਅਖੀਰ, ਬ੍ਰਾਹਮਣ ਕਹਿ ਰਿਹਾ ਮੇਰਾ ਸੱਚ, ਖੱਤਰੀ ਕਹਿ ਰਿਹਾ ਮੇਰਾ ਸੱਚ। ਗੁਰੂ ਸਾਹਿਬ ਕਹਿੰਦੇ ਨੇ ਉਸ ਧਰਮ ਨੂੰ ਕਿਉਂ ਨਹੀਂ ਮੰਨਦੇ ਸਾਰੇ ਜਿਹੜਾ ਇੱਕ ਨਾਮ ਧਰਮ ਹੈ, ਜਿਹੜਾ ਸ੍ਰੇਸ਼ਟ ਧਰਮ ਹੈ। ਫਿਰ ਬੇਨਤੀ ਕਰਾਂ ਕਿ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ, ਉਹਨਾਂ ਕਿਹਾ ਧਰਮ ਵੀ ਪੈਦਾ ਹੁੰਦਾ ਹੈ।
ਉਹ ਨਾਮ ਬੰਦਗੀ ਜਦੋਂ ਕਰਾਂਗੇ। ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ ਸੀ, ਧਰਮ ਐਜੂਕੇਸ਼ਨ ਹੈ। ਫਿਰ ਸੁਣਿਓ, ਧਰਮ ਇੰਜੈਕਸ਼ਨ ਨਹੀਂ। ਕੱਲ ਵੀ ਮੈਂ ਸ਼ਬਦ ਵਰਤੇ ਸਨ। ਹਰ ਸੰਪਰਦਾ ਆਪੋ ਆਪਣੇ ਟੀਕੇ ਭਰ ਕੇ ਬੈਠੀ ਕਿ ਜਿਹਨੂੰ ਅਜੇ ਤੱਕ ਕਿਸੇ ਦਾ ਲੱਗਾ ਉਹਨੂੰ ਆਪਣਾ ਲਾ ਦੇਈਏ। ਹਰ ਸੰਪਰਦਾ ਖਿਮਾ ਕਰਿਓ ਕੋਰੇ ਕਾਗਜ਼ ਲੱਭਦੀ ਪਈਏ ਕਿ ਜਿਹਦੇ ਉੱਤੇ ਕਦੀ ਕਿਸੇ ਨੇ ਲਿਖਿਆ ਸੀ, ਪਹਿਲਾਂ ਆਪਣੇ ਅੱਖਰ ਲਿਖਦੀ, ਹੋਰ ਕਿਸੇ ਨੂੰ ਲਿਖਣ ਦਾ ਮੌਕਾ ਹੀ ਨਾ ਮਿਲੇ। ਮੈਂ ਅਰਜ਼ ਕੀਤੀ ਸੀ ਐਜੂਕੇਸ਼ਨ ਤੇ ਇੰਜੈਕਸ਼ਨ। ਅਸੀਂ ਐਜੂਕੇਸ਼ਨ ਦਾ ਅਰਥ ਇਹੀ ਕਰਨੇ ਆ, ਤਾਲੀਮ, ਵਿਦਿਆ, ਇਹੀ ਅਰਥ ਕਰਨੇ ਆ। ਅਸਲ 'ਚ ਜੇ ਐਜੂਕੇਸ਼ਨ ਸ਼ਬਦ ਦੀ ਗਹਿਰਾਈ ਵੀ ਜਾਈਏ, ਇਹਦਾ ਅਰਥ ਤਾਲੀਮ, ਵਿਦਿਆ ਦੀ ਥਾਂ, ਇਲਮ ਦੀ ਥਾਂ, ਅਸਲ 'ਚ ਐਜੂਕੇਸ਼ਨ ਦਾ ਅਰਥ ਹੈ ਅੰਦਰੋਂ ਖਿੱਚ ਕੇ ਬਾਹਰ ਨੂੰ ਲਿਆਉਣਾ, ਅੰਦਰੋਂ ਬਾਹਰ ਨੂੰ ਪ੍ਰਗਟ ਕਰਨਾ। ਫਿਰ ਬੇਨਤੀ ਸੁਣਿਓ, ਇੰਜੈਕਸ਼ਨ ਦਾ ਅਰਥ ਹੈ ਬਾਹਰੋਂ ਕੁਛ ਅੰਦਰ ਨੂੰ ਦੇਣਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪਾਂ ਕਰਨੇ ਆ, ਗੁਰਮੁਖ ਪਿਆਰੇ ਤੁਸੀਂ ਬੈਠੇ ਹੋ, ਇਹ ਸਾਰੇ ਦਾ ਸਾਰਾ ਗਿਆਨ ਅੰਦਰ ਤੋਂ ਬਾਹਰ ਨੂੰ ਪ੍ਰਗਟ ਹੋਇਆ ਹੈ। ਅੰਦਰ ਕਿਸੇ ਦੇ ਵਾਪਰਿਆ, ਉਹਨੇ ਆਪਣੀ ਰਸਨਾ ਤੋਂ ਬੋਲ ਕੇ ਉਹ ਬਚਨ ਕਹੇ। ਪਰਮਾਰਥ ਦਾ ਗਿਆਨ, ਧਰਮ ਦਾ ਗਿਆਨ, ਰੂਹਾਨੀਅਤ ਦਾ ਗਿਆਨ, ਸੱਚ ਐਵੇਂ ਇਹ ਬਾਹਰੋਂ ਇੰਜੈਕਸ਼ਨ ਲੱਗ ਕੇ ਨਹੀਂ ਆਇਆ। ਇਹ ਬਾਹਰੋਂ ਕਿਸੇ ਦਾ ਥੋਪਿਆ ਹੋਇਆ ਗਿਆਨ ਨਹੀਂ। ਇਹ ਤਾਂ ਅੰਤਰ ਆਤਮੇ ਤੋਂ ਉਸ ਪਰਮਾਤਮਾ ਨਾਲ ਜੁੜ ਕੇ, ਨਾਮ ਧਰਮ ਨਾਲ ਜੁੜ ਕੇ, ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜਿਹੜਾ ਅੰਦਰ ਗਿਆਨ ਪੈਦਾ ਹੋਇਆ, ਉਹਨੂੰ ਜ਼ਬਾਨ ਤੋਂ ਬੋਲ ਕੇ ਕਿਹਾ ਧੁਰ ਕੀ ਬਾਣੀ। ਇਹੀ ਕਾਰਨ ਕਿ ਬਨਾਰਸ ਦੀ ਧਰਤੀ ਤੇ ਸਮੱਸਿਆ ਖੜੀ ਹੋਈ। ਜਿਹੜੇ ਮੁੱਦਤਾਂ ਤੋਂ ਵੇਦ ਸ਼ਬਦੰ ਬ੍ਰਾਹਮਣ ਹੈ, ਮੇਰਾ ਧਰਮ ਹੈ, ਬ੍ਰਾਹਮਣ ਕਹਿ ਰਿਹਾ ਸੀ ਵੇਦਾਂ ਦਾ ਪਠਨ ਪਾਠਨ। ਤੇ ਜਦੋਂ ਇੱਕ ਖੱਡੀ ਤੇ ਕੱਪੜੇ ਬੁਣਨ ਵਾਲਾ, ਇੱਕ ਕੱਪੜੇ ਕੱਟਣ ਵਾਲਾ, ਉਹਦੇ ਅੰਦਰ ਧੁਰ ਦਾ ਸ਼ਬਦ ਪ੍ਰਗਟ ਹੋ ਗਿਆ, ਅੰਦਰੋਂ ਅਨੁਭਵ ਬਾਹਰ ਪ੍ਰਗਟ ਹੋਇਆ। ਤੇ ਲੋਕਾਂ ਨੇ ਕਿਹਾ ਕੱਪੜੇ ਬੁਣਨ ਵਾਲਾ ਕਿਵੇਂ ਰੱਬ ਦੇ ਗੀਤ ਗਾਇ ਸਕਦਾ। ਉੱਥੇ ਮਹਾਂਪੁਰਖ ਨੂੰ ਇਹ ਸ਼ਬਦ ਕਹਿਣੇ ਪਏ। ਕਹਿਣ ਲੱਗੇ ਕਿ ਜੋ ਕੁਛ ਮੈਂ ਕਹਿ ਰਿਹਾ, ਇਹ ਮੈਂ ਗ੍ਰੰਥ ਪੜ੍ਹ ਕੇ ਨਹੀਂ ਕਹਿ ਰਿਹਾ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਕਬੀਰ ਸਾਹਿਬ ਨੇ ਉੱਥੇ ਸ਼ਬਦ ਬਿਲਕੁਲ ਨਹੀਂ ਵਰਤਿਆ ਕਿ ਜੋ ਮੈਂ ਸ਼ਬਦ ਉਚਾਰਨ ਕੀਤਾ ਮੈਂ ਫਲਾਣੇ ਵੇਦ, ਫਲਾਣੇ ਸ਼ਾਸਤਰ, ਫਲਾਣੇ ਪੁਰਾਣ ਨੂੰ ਪੜ੍ਹਿਆ। ਉਹ ਕਹਿੰਦੇ ਨਹੀਂ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਕਹਿੰਦੇ ਨੇ ਅਸਲ 'ਚ ਜਦੋਂ ਏਕ ਜੋਤ, ਇੱਕ ਆਤਮਾ ਪਰਮ ਜੋਤ ਵਿੱਚ ਮਿਲ ਜਾਏ, ਕਿੰਬਾ ਹੋਏ, ਕੀ ਉਸ ਨੂੰ ਵਾਹ ਕੀਤਾ ਜਾ ਸਕਦਾ। ਚਲੋ ਇੱਥੇ ਵਿਸ਼ਰਾਮ ਲਾਵਾਂਗੇ, ਅਰਥ ਸੌਖੇ ਹੋ ਜਾਣਗੇ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ। ਅੱਗੇ ਕਹਿੰਦੇ ਨੇ ਮਹੋਏ, ਕਦਾਚਿਤ ਨਹੀਂ। ਜਿਹੜੀ ਅਭੇਦ ਹੋ ਗਈ ਉਹਨੂੰ ਕਿਵੇਂ ਬਾਤ ਕੀਤਾ ਜਾ ਸਕਦਾ ਹੈ। ਉਂਝ ਵੈਸੇ ਅਸੀਂ ਲਫ਼ਜ਼ ਇਹ ਵਰਤਨੇ ਆ ਗੁਰੂ ਸਾਹਿਬ ਲਈ ਵੀ। ਇਹ ਨਹੀਂ ਕਿ ਮੈਂ ਆਪਣੀ ਨਵੀਂ ਗੱਲ ਚਲਾਣੀ ਚਾਹੁੰਦਾ। ਅਸੀਂ ਸ਼ਬਦ ਕਹਿੰਦੇ ਹੁੰਦੇ ਹਾਂ ਕਿ ਅੱਜ ਸਤਿਗੁਰੂ ਦਾ ਜੋਤੀ ਜੋਤ ਸਮਾਉਣ ਦਿਵਸ ਹੈ। ਗੁਰੂ ਤਾਂ ਖੁਦ ਜੋਤ ਸਰੂਪ ਹੈ, ਜੋਤ ਰੂਪ। ਔਰ ਆਪ ਗੁਰੂ ਨਾਨਕ ਕਹਾਇਓ ਜੋਤੀ ਆਤਮਾ, ਜੋਤ ਪਰਮਾਤਮਾ। ਉਹ ਖੁਦ ਆਪ ਸੱਚ ਐਵੇਂ, ਉਹ ਤਾਂ ਜੋਤ ਸਵਰੂਪ ਨੇ। ਫਿਰ ਬੇਨਤੀ ਕਰਾਂਗਾ, ਏਕ ਜੋਤ ਏਕਾ ਮਿਲੀ। ਜਦੋਂ ਇੱਕ ਜੋਤ ਆਤਮਾ ਪਰਮ ਆਤਮਾ ਵਿੱਚ ਅਭੇਦ ਹੋ ਗਈ, ਅਭੇਦ ਨੂੰ ਕੋਈ ਵਾਹ ਕਰ ਸਕਦਾ? ਹਾਂ, ਇਹ ਗੱਲ ਵੱਖਰੀ ਕਿ ਪਰਮਾਤਮਾ ਆਪਣੇ ਹੁਕਮ ਨਾਲ ਪਠਾ ਦਿੰਦਾ ਜੇ। ਇਹੀ ਕਾਰਨ ਕਿ ਜਿੰਨੇ ਗੁਰੂ ਸਾਹਿਬ ਲਈ ਸ਼ਬਦ ਵਰਤਨੇ ਆ ਨਾ, ਉਹ ਭਾਈ ਗੁਰਦਾਸ ਸਾਹਿਬ ਨੇ ਜਿਹੜੇ ਵਰਤੇ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਪਠਾਇਆ ਗਿਆ ਹੈ, ਭੇਜਿਆ ਹੈ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ, ਪਠਾਇਆ ਲਫ਼ਜ਼। ਸਤਿਗੁਰੂ ਕਲਗੀਧਰ ਜੀ ਦੇ ਬੋਲ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ ਲਫ਼ਜ਼ ਹੈ। ਜਿਹੜੀ ਇੱਕ ਜੋਤ ਪਰਮ ਜੋਤ ਵਿੱਚ ਅਭੇਦ, ਉਹਨੂੰ ਕੌਣ ਵਾਹ ਕਰ ਸਕੇਗਾ? ਉਹ ਭਾਵੇਂ ਪੰਜਾਂ ਤੱਤਾਂ ਦੇ ਚੋਲੇ ਵਿੱਚ ਵੀ ਵਿਚਰੇ, ਪਰ ਚੇਤੇ ਰੱਖਿਓ ਅਭੇਦਤਾ ਉਹਨਾਂ ਦੀ ਪੰਜਾਂ ਤੱਤਾਂ ਦੇ ਚੋਲੇ ਵਿੱਚ ਵੀ ਰਹਿ ਕੇ ਪਰਮ ਜੋਤ ਨਾਲ ਹੀ ਹੁੰਦੀ ਹੈ। ਇਹ ਪਿੰਜਰ ਉਹਨਾਂ ਦੀ ਰੁਕਾਵਟ ਨਹੀਂ ਬਣ ਸਕਦਾ। ਪਿਛਲੇ ਦਿਨੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਦੋਂ ਸ਼ਹਾਦਤ ਵਾਲਾ ਦਿਨ ਮਨਾਇਆ ਜਾ ਰਿਹਾ ਸੀ, ਉੱਥੇ ਮੇਰੇ ਮਨ 'ਚ ਖਿਆਲ ਆਇਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ
ਉਹਨਾਂ ਦੀ ਜ਼ਿੰਦਗੀ 'ਚ ਕਿਹੜਾ ਦਿਨ ਹੈ ਜਿੱਦਣ ਪਰਿਵਾਰ ਵੱਲੋਂ, ਸਰਕਾਰ ਵੱਲੋਂ, ਮਸੰਦਾਂ ਵੱਲੋਂ, ਬ੍ਰਾਹਮਣਾਂ ਵੱਲੋਂ, ਹਾਕਮਾਂ ਵੱਲੋਂ ਉਹਨਾਂ ਨੂੰ ਪਰੇਸ਼ਾਨ ਜਾਂ ਉਹਨਾਂ ਨੂੰ ਤਸ਼ੱਦਦ ਨਹੀਂ ਉਹਨਾਂ ਤੇ ਕੀਤਾ ਗਿਆ, ਟੌਰਚਰ ਕਰਨ ਦਾ ਯਤਨ ਕੀਤਾ। ਪਰ ਗੁਰੂ ਅਰਜਨ ਸਾਹਿਬ ਅੰਦਰ ਕਿੰਨਾ ਟਿਕਿਆ ਹੈ। ਬੰਦਾ ਥੋੜਾ ਜਿਹਾ ਘਰ ਪਰੇਸ਼ਾਨ ਹੋਵੇ ਨਾ ਬੱਚਿਆਂ ਤੋਂ, ਤੇ ਕਹਿ ਦਿੰਦਾ ਨਹੀਂ ਅੱਜ ਸਵੇਰੇ ਜਾਗ ਵੀ ਨਹੀਂ ਆਈ, ਮੇਰਾ ਤਾਂ ਨਿਤਨੇਮ ਵੀ ਟੁੱਟ ਗਿਆ। ਸ਼ਾਮ ਦਾ ਅਰਥ ਵੀ ਕਾਲਕ ਹੈ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਮਹਾਰਾਜ ਜੀ ਦੇ ਉੱਤੇ ਬਚਨ ਕਹੇ, ਸਾਧ ਮਿਲੇ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ। ਸਤਿਗੁਰੂ ਮਿਲ ਜਾਏ ਤਾਂ ਸਿੱਧਤਾ ਮਿਲਦੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਸਫਲਤਾ ਨਹੀਂ। ਕੀ ਜੋਗੀਆਂ ਵਾਲਾ ਜੋਗ ਤੇ ਕੀ ਭੋਗੀਆਂ ਵਾਲਾ ਭੋਗ, ਪਰ ਦੋਵੇਂ ਮਿਲ ਕਾਰਜ ਉਪਜੈ। ਇਹ ਵੀ ਅੱਜ ਅੱਗੇ ਆਵੇਗਾ ਜੀ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਪਾਣੀ ਘੜੇ ਤੋਂ ਬਿਨਾਂ ਨਹੀਂ ਟਿਕਦਾ, ਤੇ ਪਾਣੀ ਤੋਂ ਬਿਨਾਂ ਘੜਾ ਕੋਈ ਨਹੀਂ ਬਣਦਾ। ਸੁੱਕੀ ਮਿੱਟੀ ਦਾ ਘੜਾ ਬਣਾ ਕੇ ਕੋਈ ਦਿਖਾਏ। ਦੇਖੋ ਸ਼ਬਦ ਕੈਸੇ ਵਰਤੇ। ਸਾਧ ਮਿਲਾ ਸਿਧ ਪਾਈਐ ਕੇ ਜੋਗ ਕੇ ਭੋਗ, ਦੋਏ ਮਿਲ ਕਾਰਜ ਉਪਜੈ। ਰਾਮ ਨਾਮ ਸੰਜੋਗ। ਸ਼ਬਦ ਹੈ ਪਰ ਸੁਰਤ ਤੋਂ ਬਿਨਾਂ ਤਰੱਕੀ ਕੀ। ਸ਼ਬਦ ਤਾਂ ਉਦਨ ਵੀ ਸੀ ਜਿੱਦਨ ਅੱਖਰ ਵੀ ਪੈਦਾ ਨਹੀਂ ਸਨ ਹੋਏ। ਸ਼ਬਦ ਨੂੰ ਅੱਖਰ 'ਚ ਮਤ ਬੰਨੋ। ਇਹ ਤਾਂ ਸ਼ੁਕਰ ਕਰੀਏ ਜੀ ਸਤਿਗੁਰੂ ਦਾ ਕਿ ਸਾਡੀ ਬੋਲੀ ਦੇ ਪੱਧਰ ਤੇ ਉੱਤਰ ਕੇ ਉਹਨਾਂ ਬ੍ਰਹਮ ਗਿਆਨ ਕਹਿ ਦਿੱਤਾ। ਮੇਰੀ ਫਿਰ ਬੇਨਤੀ ਸੁਣਿਓ। ਹੁਣ ਇਹ ਕਹੀਏ ਜੀ ਆ ਪੰਜਾਬੀ ਦੇ ਅੱਖਰਾਂ 'ਚ 35 'ਚ ਬਾਣੀ ਹੈ, ਇਹਦਾ ਅੰਤ ਪਾ ਲਓ। ਇੱਕ ਮਾਂ ਜੇ ਬੱਚਾ ਤੋਤਲੀ ਜ਼ਬਾਨ 'ਚ ਬੋਲਦਾ ਹੈ, ਮਾਂ ਕੋਲ ਬੜਾ ਗਿਆਨ ਹੈ। ਜੇ ਉਹ ਬੱਚੇ ਦੀ ਸ਼ਬਦਾਵਲੀ 'ਚ ਥੋੜਾ ਜਿਹਾ ਉਤਰ ਕੇ ਤੋਤਲੀ ਜ਼ਬਾਨ 'ਚ ਬੋਲਦੀ, ਇਹਦਾ ਮਤਲਬ ਇਹ ਨਹੀਂ ਕਿ ਮਾਂ ਨੂੰ ਸ਼ੁੱਧ ਨਹੀਂ ਬੋਲਣਾ ਹੁੰਦਾ। ਉਹ ਬੱਚੇ ਦੇ ਚਲਾਉਣ ਵਾਸਤੇ ਬੋਲਦੀ ਪਈ ਹੈ। ਆ ਜਿੰਨਾ ਵੀ ਰੂਹਾਨੀਅਤ ਦਾ ਗਿਆਨ ਅੱਖਰਾਂ 'ਚ ਹੈ, ਚੇਤੇ ਰੱਖਿਓ ਇਹ ਉਹ ਗਿਆਨ ਹੈ ਜਿਹੜਾ ਅੱਖਰ ਵਿੱਚ ਸਮੇਟਿਆ ਨਹੀਂ ਜਾ ਸਕਦਾ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੈ ਨਾ ਹੈ। ਉਹਨੂੰ ਕਿਵੇਂ ਬਣ ਸਕਾਂਗੇ ਅਸੀਂ। ਖੈਰ ਮੈਂ ਫਿਰ ਬੇਨਤੀ ਕਰਾਂਗਾ, ਸ਼ਬਦ ਸੀ ਪਰ ਆਤਮਿਕ ਤਰੱਕੀ ਤਾਂ ਬੰਦੇ ਦੀ ਸੁਰਤ ਦੇ ਰਾਹੀਂ ਹੋਈ ਨਾ। ਦੋਵੇਂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਅੱਗੇ ਉਹਨਾਂ ਬਚਨ ਕਿਹਾ, ਲੋਗੋ ਸਰਬ ਸ਼ਬਦੰ ਏਕ ਸ਼ਬਦੰ। ਜਦੋਂ ਉਹਨਾਂ ਅੰਦਰ ਧਰਮ, ਅੰਦਰ ਗਿਆਨ ਪ੍ਰਗਟ ਹੋਇਆ, ਅੰਦਰੋਂ ਅਨੁਭਵ ਗਿਆਨ ਨਿਕਲਿਆ, ਫਿਰ ਲੋਕਾਂ ਮਜ਼ਾਕ ਉਡਾਇਆ ਤੇ ਭਗਤ ਸਾਹਿਬ ਨੇ ਕਿਹਾ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਏਕ ਸ਼ਬਦੰ ਹੈ। ਇਹ ਬ੍ਰਹਮ ਕੀ ਵਿਚਾਰ ਹੈ। ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਤਾਰਕ ਮੰਤਰ ਜੀ ਸ਼ਿਵ ਜੀ ਦਾ, ਉਹ ਮਰਦੇ ਸਮੇਂ ਪੜਾਇਆ ਜਾਂਦਾ ਵੀ ਤੇਰੀ ਗਤੀ ਹੋ ਜਾਏਗੀ। ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਅੱਗੇ ਭਗਤ ਜੀ ਨੇ ਕਿਹਾ, ਕੋਈ ਗਾਵੇ ਸਰਬ ਸ਼ਬਦੰਗ ਏਕ ਸ਼ਬਦੰਗ। ਫਿਰ ਸੁਣਿਓ, ਜੋਗ ਸ਼ਬਦੰਗ ਵੱਖਰਾ, ਉਹ ਗਿਆਨ ਸ਼ਬਦੰਗ ਉਹਦਾ ਜੋਗੀ ਦਾ। ਬ੍ਰਹਮ ਦਾ ਵੇਦ ਸ਼ਬਦੰਗ ਹੈ, ਖੱਤਰੀ ਦਾ ਸੂਰ ਸ਼ਬਦੰਗ ਹੈ। ਪਰ ਇੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਅਸਲੀ ਧਰਮ ਹੈ, ਇਹਦੀ ਨਾ ਵੰਡੀ ਪਾਓ ਵੱਖ ਵੱਖ ਫਿਰਕੇ ਬਣਾ ਕੇ। ਕੋਈ ਗਾਵੇ, ਕਹਿਣ ਲੱਗੇ ਬ੍ਰਾਹਮਣ ਤੂੰ ਵੀ ਗਾਲਾ ਮੇਰੇ ਨਾਲ ਬੈਠ ਕੇ, ਤੈਨੂੰ ਵੀ ਸਮਝ ਆ ਜਾਏਗੀ ਕਿ ਸਰਬ ਸ਼ਬਦੰ ਏਕ ਸ਼ਬਦੰ ਕੀ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਮੈਂ ਬੇਨਤੀ ਕਰਾਂਗਾ ਕਿ ਏਕ ਸ਼ਬਦੰ, ਇੱਕ ਪਰਮਾਤਮਾ, ਇਹਨੂੰ ਬਾਬਾ ਜੀ ਨੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਸ਼ਬਦੰ। ਫਿਰ ਬੇਨਤੀ ਕਰਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ। ਅਸਲੀ ਧਰਮ ਸਰਬ ਸ਼ਬਦੰਗ ਏਕ ਸ਼ਬਦੰਗ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਨਹੀਂ, ਵੰਡੀ ਨਹੀਂ, ਸਰਬ ਦਾ ਇੱਕ ਧਰਮ। ਗੁਰੂ ਨਾਨਕ ਸਾਹਿਬ ਨੂੰ ਪੁੱਛੋ ਧਰਮ। ਫਿਰ ਮੈਂ ਅਰਜ਼ ਕੀਤੀ, ਇਹ ਤਾਂ ਪਰਮਾਤਮਾ ਦਾ ਆਦਿ ਹੈ। ਮੈਂ ਰਾਤ ਇੱਕ ਲਫ਼ਜ਼ ਵਰਤਿਆ ਸੀ, ਧਰਮ ਨਿਤਿਆ ਹੈ, ਸੰਸਾਰ ਅਨਿਤਿਆ ਹੈ। ਸੰਪਰਦਾ ਅਨਿਤਿਆ ਹੈ, ਧਰਮ ਨਿਤਿਆ ਹੈ। ਅਨਿਤਿਆ ਐੜਾ ਪਤਾ ਨਹੀਂ ਕਿੰਨੀਆਂ ਕੁ ਸੰਪਰਦਾਵਾਂ ਪੈਦਾ ਹੋ ਗਈਆਂ, ਨਾਮੋ ਨਿਸ਼ਾਨ ਮਿਟ ਗਏ। ਸਾਨੂੰ ਪਤਾ ਇਸ ਤੋਂ ਪਹਿਲਾਂ ਕਿੰਨੇ ਕੁ ਪੈਦਾ ਹੋਏ ਨੇ।
पर वो धर्म ਜਿਹੜਾ ਆਦਿ ਹੈ ਉਹ ਧਰਮ ਤਾਂ ਸੱਚ ਇਵੇਂ ਕਿ ਰੱਬ ਤੋਂ ਵੱਖ ਹੈ ਹੀ ਨਹੀਂ। ਉਸ ਧਰਮ ਦੀ ਖੋਹ ਦੀ ਤਾਂ ਜੇ ਪਾਰ ਬ੍ਰਹਮ ਪਰਮੇਸ਼ਵਰ ਹੈ ਤਾਂ ਉਸ ਤੋਂ ਬਿਨਾਂ ਨਹੀਂ। ਸਤਿਗੁਰੂ ਕਹਿੰਦੇ ਨੇ ਈਮਾਨ ਪੈਦਾ ਹੁੰਦਾ ਹੈ। ਇੱਕ ਸ਼ਬਦ ਚਲੋ ਅਸੀਂ ਪੜ੍ਹ ਲਈਏ, ਸ੍ਰੀ ਰਾਗ ਦਾ ਸ਼ਬਦ ਹੈ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ। ਈਮਾਨ ਪੈਦਾ ਹੋਵੇਗਾ, ਆਹ ਧਰਮ ਹੈ ਅਸਲੀ। ਅਮਲ ਕਰ ਧਰਤੀ, ਆਪਣੇ ਕਰੈਕਟਰ ਨੂੰ, ਆਪਣੇ ਕਰਨੀ ਨਾਮੇ ਦੀ ਜ਼ਮੀਨ ਬਣਾ, ਉਹਦੇ ਵਿੱਚ ਸ਼ਬਦ ਦਾ ਬੀਜ ਬੀਜ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸ਼ਬਦ ਦਾ ਬੀਜ, ਨਾਮ ਦਾ ਬੀਜ, ਸਿਮਰਨ ਦਾ ਬੀਜ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ, ਰੋਜ਼ ਪਾਣੀ ਦੇ ਸੱਚ ਦਾ। ਹੋਏ ਕਿਰਸਾਨ, ਜੇ ਤੂੰ ਅੰਦਰ ਦਾ ਕਿਰਸਾਨ ਬਣ ਜਾਏਗਾ। ਈਮਾਨ ਜਮਾਏ ਲੈ, ਭੀਸ਼ਤ ਦੋਜਕ ਮੂੜੇ ਇਵ ਜਾਣੀ, ਮਤ ਜਾਣ ਸੌ ਗੱਲੀ ਪਾਇਆ। ਮਾਲ ਕਾ ਮਾਣੈ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਮੇਰੀ ਬੇਨਤੀ ਹੈ ਕਿ ਅਸਲ 'ਚ ਉਹ ਨਾਮ ਧਰਮ, ਇਹਨੂੰ ਜੇ ਥੋੜ੍ਹਾ ਜਿਹਾ ਹੋਰ ਵਿਆਖਿਆ ਕਰਨੀ ਹੋਵੇ ਕਿ ਜੋ ਸਤਿਗੁਰੂ ਨੇ ਕਿਹਾ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਇਹਨੂੰ ਗੁਰੂ ਰਾਮਦਾਸ ਦੇ ਬਚਨਾਂ 'ਚ ਪੜ੍ਹਿਓ। ਪੰਡਿਤ ਸ਼ਾਸਤ ਸਿਮਰਤ ਪੜ੍ਹਿਆ ਏਕ ਸ਼ਬਦੰ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਸਰਬ ਸ਼ਬਦੰ ਏਕ ਸ਼ਬਦੰ। ਫਿਰ ਸੁਣੋ, ਪੰਡਿਤ ਸ਼ਾਸਤ ਸਿਮਰਤ ਪੜਿਆ, ਉਹਨੇ ਸ਼ਾਸਤਰਾਂ ਦੀ ਸਿਮਰਤੀਆਂ ਦੀ ਵਿਤਾਰ ਕੀਤੀ। ਜੋਗੀ ਨੇ ਅਲਖ ਲਾਈ, ਜੋਗੀ ਗੋਰਖ ਗੋਰਖ ਕਰਿਆ। ਗੁਰੂ ਰਾਮਦਾਸ ਤੁਸੀਂ ਕਹਿਣ ਲੱਗੇ ਸੀ ਤਾਂ ਏਕ ਸ਼ਬਦੰ, ਮੈਂ ਮੂਰਖ ਹਰ ਹਰ ਜਪ ਪੜਿਆ। ਵਿੱਚੋਂ ਸਿਰਫ ਅਸੀਂ ਤੁਕਾ ਲੈ ਲਈਏ, ਸੰਨਿਆਸੀ ਵਿਭੂਤ ਲੈ ਦੇ ਸਵਾਰੀ, ਪਰ ਤੇਰਿਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਸੰਨਿਆਸੀ ਜਿਹੜਾ ਉਹ ਪਿੰਡੇ ਤੇ ਵਿਭੂਤੀ ਲਾਈ ਬੈਠਾ, ਉਹ ਇਹਨੂੰ ਹੀ ਧਰਮ ਸਮਝੀ ਬੈਠਾ। ਚੇਤੇ ਰੱਖਿਓ, ਜਿਹੜਾ ਆਪਣੇ ਆਪ ਨੂੰ ਬ੍ਰਹਮਚਾਰੀ ਕਹਿੰਦਾ ਹੈ, ਘਰ ਤਿਆਗ ਦਿੱਤਾ, ਉਹ ਸਿਰਫ ਪਰ ਤੇਰਿਆ ਤਿਆਗ ਛੱਡ ਕੇ ਇਸਤਰੀ ਬਾਹਰ ਭਟਕ ਰਿਹਾ ਹੈ। ਪਰ ਪਿਆਰਿਓ, ਮੈਨੂੰ ਬਖਸ਼ ਦਿਆ ਜੇ ਕਿ ਇਹ ਸਰੀਰਕ ਤੌਰ 'ਤੇ ਸਭ ਕੁਝ ਤਿਆਗ ਕੇ ਬੰਦੇ ਦੇ ਅੰਦਰ ਦੀ ਵਾਸ਼ਨਾ ਮਰ ਜਾਂਦੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰਬਾਣੀ ਨੇ ਨਾ ਜੀ ਬੜੀ ਬਖਸ਼ਿਸ਼ ਕੀਤੀ। ਗੁਰਬਾਣੀ ਨੇ ਕਿਤੇ ਕਿਹਾ ਹੀ ਨਹੀਂ ਪਰਿਵਾਰ ਛੱਡੋ, ਗੁਰਬਾਣੀ ਨੇ ਕਿਤੇ ਨਹੀਂ ਕਿਹਾ ਸੰਸਾਰ ਛੱਡੋ, ਗੁਰਬਾਣੀ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਆ ਬਾਜ਼ਾਰ ਛੱਡੋ। ਕਹਿੰਦੇ ਨੇ ਪਨੇ ਧਰਮ ਕਮਾਣਾ, ਉਹਦੀ ਤਾਂ ਹਾਜ਼ਰੀ ਕੋਈ ਨਹੀਂ। ਮਨ ਇੰਨਾ ਚਲਾਕ, ਇੰਨਾ ਸ਼ਰਾਰਤੀ, ਇੰਨਾ ਚੰਚਲ ਹੈ, ਬੰਦੇ ਨੂੰ ਕਹਿੰਦਾ ਜਾ ਤੈਨੂੰ ਮੈਂ ਬਾਹਰੋਂ ਭਰਮਾਈ ਰੱਖਣਾ, ਜਾ ਗੁਰਦੁਆਰੇ ਮੱਥਾ ਟੇਕਿਆ, ਉਹਨੂੰ ਅੰਦਰ ਵਾੜ ਦਿੰਦਾ, ਆਪ ਬਾਹਰ ਬਾਜ਼ਾਰ ਤੁਰਿਆ ਫਿਰਦਾ। ਤੇ ਫਿਰ ਜਦੋਂ ਬੰਦਾ ਗੁਰਦੁਆਰੇ ਜਾਂਦਾ, ਕਹਿੰਦਾ ਨਹੀਂ ਅੱਜ ਤਾਂ 2-3 ਘੰਟੇ ਬਹਿ ਕੇ ਆਏ। ਮਨ ਕਹਿੰਦਾ ਚੱਲ ਕੋਈ ਨਹੀਂ ਪੁੱਤਰਾ, ਨਿੱਪਲ ਮੂੰਹ 'ਚ ਪਾਈਏ, ਤੂੰ ਚੁੰਗੀ ਜਾ ਧਰਮ ਦੀ, ਮੈਂ ਕੋਈ ਨਹੀਂ ਨੇੜੇ ਲੱਗਣਾ ਧਰਮ ਦੇ। ਜਿੰਨੇ ਧਰਮ ਕਮਾਣਾ ਉਹ ਤਾਂ ਗੈਰ ਹਾਜ਼ਰ ਤੁਰਿਆ ਫਿਰਦਾ। ਸਤਿਗੁਰੂ ਨੇ ਤੇ ਸ਼ਬਦ ਵਰਤਿਆ ਬਾਣੀ 'ਚ, ਕਹਿੰਦੇ ਨੇ ਸੱਪ ਖੁੱਡ ਵਿੱਚ ਵੜਿਆ ਹੈ ਤੇ ਮੂਰਖ ਲੋਕ ਖੁੱਡ ਉੱਤੇ ਮਿੱਟੀ ਪਾਉਂਦੇ ਪਏ ਨੇ, ਉੱਤੇ ਪੱਥਰ ਪਾਉਂਦੇ ਪਏ ਨੇ, ਉਹਦਾ ਮੂੰਹ ਬੰਦ ਕਰਕੇ ਹੱਸਦੇ ਪਏ ਨੇ। ਅਸੀਂ ਜੀ ਸੱਪ ਵਾਲੀ ਖੁੱਡ ਬੰਦ ਕਰ ਦਿੱਤੀ। ਕਹਿਣ ਲੱਗੇ ਖੁੱਡ ਤਾਂ ਬੰਦ ਕਰ ਦਿੱਤੀ, ਜਿਉਂਦਾ ਤਾਂ ਜੀ ਅੰਦਰ ਬੈਠਾ ਹੋਇਆ। ਬਸ ਆ ਜਿੰਨੇ ਧਰਮ ਦੇ ਕਰਮਕਾਂਡ ਨਾਮ ਤੋਂ ਵੀ ਹੋਣੇ, ਯਾਦ ਰੱਖਿਓ, ਨਾਮ ਤੋਂ ਸਖਣੇ। ਹੁਣ ਜੇ ਕਹੇ ਜੀ ਕਰਮਕਾਂਡ, ਕੀ ਸਵੇਰੇ ਉੱਠ ਕੇ ਰੋਜ਼ ਨਹੀਂ ਕਰਦੇ ਕਰਮਕਾਂਡ? ਨਹੀਂ, ਇਸ ਤਰ੍ਹਾਂ ਹੈ ਨਾ। ਹਾਲਾਂਕਿ ਗਿਆਨ ਕਾਂਡ, ਉਪਾਸਨਾ ਖੰਡ ਤੇ ਆ ਕਰਮਕਾਂਡ ਵੀ ਇੱਕ ਖੰਡ ਹੈ ਨਾ। ਪਰ ਫਿਰ ਬੇਨਤੀ ਕਰਾਂਗਾ, ਜਿੱਥੋਂ ਨਾਮ ਵਿਸਰ ਜਾਏ ਉਹ ਫੋਕਟ ਕਰਮ ਬਣ ਜਾਂਦਾ ਹੈ। ਫੋਕਟ ਕਰਮ ਨੂੰ ਗੁਰਬਾਣੀ 'ਚ ਕਿਤੇ ਥਾਂ ਨਹੀਂ। ਤੇ ਤੁਸੀਂ ਕੀਰਤਨ ਸੁਣਦੇ ਹੋ, ਰੋਜ਼ ਦਾ ਕਰਮ ਹੈ ਆਸਾ ਕੀ ਵਾਰ, ਨਿਤਨੇਮ ਰੋਜ਼ ਦਾ ਕਰਮ ਹੈ। ਇਹ ਕਰਮ ਕਾਂਡ, ਫਿਰ ਬੇਨਤੀ ਸੁਣਿਓ, ਕੱਲਾ ਲਫ਼ਜ਼ ਇਹ ਨਾ ਕਰਿਆ ਕਰੀਏ ਵੀ ਗੁਰਮਤ ਵਿੱਚ ਕਰਮ ਕਾਂਡ ਨੂੰ ਕੋਈ ਥਾਕ ਨਹੀਂ। ਚੇਤੇ ਰੱਖਿਓ, ਗੁਰਮਤ ਵਿੱਚ ਫੋਕਟ ਕਰਮ ਨੂੰ ਕੋਈ ਥਾਂ ਨਹੀਂ।
ਜਦੋਂ ਸ਼ਬਦ ਪੜ੍ਹਦਾ, ਕੋਈ ਰੋਜ਼ ਨਾਮ ਅਭਿਆਸ ਕਰਦਾ, ਉਹਦੇ ਵਿੱਚ ਰਸ ਹੈ। ਸੱਪ ਅੰਦਰ ਬੈਠਾ ਹੈ, ਲੋਕ ਬਾਹਰੋਂ ਖੁੱਡਾਂ ਪੂਰਦੇ ਪਏ ਨੇ। ਬਾਬਾ ਜੀ ਨੇ ਕਿਹਾ ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਡੋਰਾ। ਖੁੱਡਾ ਬੰਦ। ਇੱਥੇ ਫਿਰ ਮੈਂ ਬੇਨਤੀ ਕਰਾਂਗਾ, ਸਰਬ ਸ਼ਬਦੰ ਪੰਡਿਤ ਸ਼ਾਸਤ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਸੰਨਿਆਸੀ ਵਿਭੂਤ ਲੈ ਦੇ ਸਵਾਰੀ, ਪਰ ਤਰਿਆ ਤਰਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਖੱਤਰੀ ਕਰਮ ਕਰੈ ਸੂਰਤਨ ਪਾਵੈ, ਇਹਦੇ ਨਾਲ ਢੁਕਦਾ ਹੈ ਸ਼ਬਦ। ਸੂਦ ਵੈਸ ਪਰ ਕਿਰਤ ਕਮਾਵੈ, ਮੈਂ ਮੂਰਖ ਹਰ ਨਾਮ ਛਡਾਵੈ। ਮੇਰੇ ਲਈ ਧਰਮ ਸਿਰਫ ਨਾਮ ਹੈ। ਮੈਂ ਇੱਕ ਬੇਨਤੀ ਕਰਾਂਗਾ ਕਿ ਜ਼ਰੂਰ ਅਸੀਂ ਇਸ ਗੱਲ ਨੂੰ ਸਮਝੀਏ। ਅਸੀਂ ਆਪਣੇ ਧਰਮ ਦੀ ਵਿਆਖਿਆ ਲੋਕਾਂ ਦੇ ਧਰਮ ਦੇ ਪ੍ਰਚਾਰ ਦੇ ਢੰਗ ਨਾਲ ਮਤ ਕਰੀਏ। ਫਿਰ ਬੇਨਤੀ, ਅਸੀਂ ਕਹਿੰਦੇ ਹੁਣ ਜਦੋਂ ਅੰਮ੍ਰਿਤ ਦੀ ਗੱਲ ਚੱਲਦੀ ਹੈ ਨਾ ਜੀ, ਬੜਾ ਜੀ ਇਹ ਅੰਮ੍ਰਿਤ ਇਸ ਤਰ੍ਹਾਂ ਜਿਵੇਂ ਜਨੇਊ ਪਾਇਆ ਜਾਂਦਾ, ਅੰਮ੍ਰਿਤ ਇਸ ਤਰ੍ਹਾਂ ਜਿਵੇਂ ਬਿਪਟਾਈਜ਼ ਕੀਤਾ ਜਾਂਦਾ, ਅੰਮ੍ਰਿਤ ਇਸ ਤਰ੍ਹਾਂ ਜਿਵੇਂ ਸੁੰਨਤ ਕੀਤੀ ਜਾਂਦੀ ਹੈ। ਫਿਰ ਸਿੱਖੋ ਤੁਹਾਡਾ ਨਿਆਰਾਪਨ ਕਿੱਥੇ ਰਹਿ ਗਿਆ? ਫਿਰ ਸੁਣਿਓ, ਅਸੀਂ ਤੁਲਨਾ ਕਿਹਦੇ ਨਾਲ ਦੇਣੇ ਪਏ? ਇਸ ਕਰਕੇ ਜਿਵੇਂ ਜਿਵੇਂ ਜਨੇਊ ਪਾਇਆ ਇਸ ਤਰ੍ਹਾਂ ਸਾਡੀ ਕਿਰਪਾਨ ਹੈ, ਅਸੀਂ ਆਪ ਖੁਦ ਹੀ ਕਹਿਣ ਲੱਗ ਪਏ ਨੇ। ਮੈਂ ਬੜੇ ਸੱਜਣੇ ਸੁਣੇ ਜੀ ਕਿ ਜਿਵੇਂ ਜਨੇਊ ਪਾਇਆ ਜਾਂਦਾ, ਜਿਵੇਂ ਤਸਮਾ ਦਿੱਤਾ ਜਾਂਦਾ, ਜਿਵੇਂ ਸੁੰਨਤ ਕੀਤੀ ਜਾਂਦੀ। ਨਹੀਂ ਪਿਆਰਿਓ, ਕਕਾਰਾਂ ਦੇ ਅਰਥ ਕਦੀ ਵੀ ਅਨ ਮਤ ਦੇ ਚਿੰਨ੍ਹਾਂ ਦੇ ਬਰਾਬਰ ਰੱਖ ਕੇ ਮਤ ਕਰਿਓ, ਕਿਉਂਕਿ ਕਕਾਰ ਇੱਕ ਭਗਤੀ ਹੈ। ਜਿਨ੍ਹਾਂ ਨੇ ਕਕਾਰ ਭਗਤੀ ਵੀ ਨਾਮ 'ਚ ਜੁੜ ਕੇ ਨਿਭਾਈ, ਪਿਆਰਿਓ ਉਹਨਾਂ ਦਾ ਤੁਸੀਂ ਰੋਜ਼ ਅਰਦਾਸ ਵਿੱਚ ਧਿਆਨ ਧਰਦੇ ਹੋ। ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ, ਇੱਕ ਕਕਾਰ ਹੈ ਕੇਸ ਸਾਡਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ। ਇਹ ਕਕਾਰ ਇੱਕ ਭਗਤੀ ਨਹੀਂ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਮੈਂ ਫਿਰ ਬੇਨਤੀ ਕਰਾਂਗਾ ਕਿ ਜੋਗੀ ਦਾ ਇਹ ਧਰਮ, ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਦਾ ਇਹ ਧਰਮ ਵੱਧ ਤੋਂ ਵੱਧ ਗਿਆਨ ਇਕੱਠਾ ਕਰਨਾ। ਚਲੋ ਖੈਰ, ਮੈਂ ਇਸ ਪਾਸੇ ਨਹੀਂ ਤੁਰਨਾ ਕਿ ਗੁਰਬਾਣੀ ਨੇ ਹਰ ਲਫ਼ਜ਼ ਦੇ ਅਰਥ ਪਲਟ ਕੇ ਰੱਖ ਦਿੱਤੇ। ਹੁਣ ਜਿਵੇਂ ਮੰਨ ਲਓ ਜੋਗ ਸ਼ਬਦ ਆ ਗਿਆ ਨਾ, ਗੁਰੂ ਸਾਹਿਬ ਨੇ ਕਿਹਾ ਜੋਗ ਨਾ ਖਿੰਥੈ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੰਡਾਈਐ, ਜੋਗ ਨਾ ਸਿੰਘੀ ਵਾਈਐ। ਉਹਦੇ ਵਿੱਚ ਇੱਕ ਬਚਨ ਕੀਤਾ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਹ ਵਪਾਈਐ। ਸਤਿਗੁਰੂ ਨੇ ਸ਼ਬਦ ਵਰਤੇ। ਗੁਰਸਿੱਖ ਲਈ ਵੀ ਸ਼ਬਦ ਜੋਗੀ ਵਰਤਿਆ, ਸ਼ਬਦ ਮਾੜਾ ਨਹੀਂ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਮਾਇਆ ਵਿੱਚ ਨਿਰਲੇਪ ਰਹਿੰਦੇ ਨੇ, ਮਿਲੇ ਹੋਏ ਨੇ ਅੰਦਰੋਂ। ਹੁਣ ਮੰਨ ਲਓ ਜਿਵੇਂ ਖੱਤਰੀ ਲਫ਼ਜ਼ ਵੀ ਆ ਗਿਆ ਹੈ, ਬ੍ਰਾਹਮਣ ਵੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਤੇ ਬ੍ਰਾਹਮਣ ਦੇ ਅਰਥ ਹੀ। ਮੈਂ ਤੇ ਇੱਕ ਦਿਨ ਕਿਹਾ, ਨਾਮਦੇਵ ਜੀ ਨੇ, ਕਬੀਰ ਸਾਹਿਬ ਨੇ, ਰਾਤੀ ਵੀ ਸ਼ਾਇਦ ਅਰਜ਼ ਕੀਤੀ ਸੀ, ਜੁਲਾਹਾ ਤੇ ਛੀਪਾ ਸ਼ਬਦ ਵਰਤਿਆ, ਪਰ ਗੁਰੂ ਨੂੰ ਪੁੱਛ ਕੇ ਦੇਖੋ ਨਾ, ਕਿਹਾ ਨਹੀਂ, ਜਿਨ੍ਹਾਂ ਨੂੰ ਛੀਪਾ ਤੇ ਜੁਲਾਹਾ ਕਿਹਾ ਜਾਂਦਾ ਹੈ ਦੋਨੋਂ ਬ੍ਰਾਹਮਣ ਬਣ ਗਏ ਸਨ। ਵਰਨ ਵੰਡ ਕਹੇਗੀ ਬ੍ਰਾਹਮਣ ਨਹੀਂ। ਜੇ ਬ੍ਰਾਹਮਣ ਬਣਦੇ ਤੇ ਮੰਦਰ ਚੋਂ ਕਿਉਂ ਧੱਕਾ ਮਾਰਿਆ? ਪਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਨਹੀਂ, ਦੋਨੋਂ ਬ੍ਰਾਹਮਣ ਨੇ। ਨਾਮਾ ਛਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ। ਇਹ ਬ੍ਰਾਹਮਣ ਹੋ ਗਏ ਦੋਨੋਂ। ਬ੍ਰਾਹਮਣ ਨੇ ਆਮ ਤੌਰ ਤੇ ਵਰਨ ਨੂੰ ਬ੍ਰਾਹਮਣ ਕਿਹਾ, ਪਰ ਗੁਰਮਤ ਨੇ ਕਿਹਾ ਬ੍ਰਹਮ ਬਿੰਦਾ ਤਿਸ ਦਾ ਬ੍ਰਹਮ ਤਰੈ, ਏਕ ਸ਼ਬਦ ਲਿਵਲਾਏ। ਏਕ ਸ਼ਬਦ ਸਰਬ ਸ਼ਬਦੰ ਏਕ ਸ਼ਬਦੰ, ਇੱਕ ਸ਼ਬਦ ਲਿਵਲਾਏ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਬ੍ਰਾਹਮਣ ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਕੌਮੈ, ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੇਂ, ਕੋਈ ਨਾ ਮੇਟੈ। ਭਾਈ ਪਿਆਰਿਓ, ਸਾਡੇ ਲਈ ਧਰਮ ਕੀ ਹੈ? ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿੰਦੇ ਸਰਬ ਸ਼ਬਦੰ ਏਕ ਸ਼ਬਦੰ, ਇੱਕ ਨਾਮ ਨਾਲ ਜੁੜਨਾ ਇਹੀ ਧਰਮ ਹੈ। ਸਰਬ ਸ਼ਬਦੰ ਏਕ ਸ਼ਬਦੰ, ਜੇਕਰ ਕੋਈ ਵੀ ਜਾਣੇ ਭਿਓ, ਇਸ ਭੇਦ ਨੂੰ ਸਮਝ ਜਾਏ, ਨਾਨਕ ਤਾਕਾ ਮੈਂ ਉਸ ਦਾ, ਤਿਸ ਦਾ ਕਰ ਲਈਏ ਤਾਕਾ ਸੌਖਾ ਲੱਗੇਗਾ। ਨਾਨਕ ਤਾਕਾ ਦਾਸ ਕਹਿ, ਮੈਂ ਉਹਦਾ ਸੇਵਕ ਹਾਂ ਜੀ, ਜਿਹਨੇ ਇੱਕ ਸ਼ਬਦ ਨੂੰ ਜਾਣਿਆ। ਆ ਜਿੰਨੇ ਗੁਰੂ ਗ੍ਰੰਥ ਸਾਹਿਬ 'ਚ ਨੇ ਭਗਤ, ਚੇਤੇ ਰੱਖਿਓ, ਸਾਰੇ ਇੱਕ ਧਰਮ ਨਾਲ ਜੁੜੇ ਹੋਏ ਨੇ, ਇੱਕ ਸ਼ਬਦ ਨਾਲ ਜੁੜੇ ਨੇ। ਅੱਗੇ ਥੋੜਾ ਜਿਹਾ ਹੋਰ ਕਲੀਅਰ ਹੋਵੇਗਾ। ਨਾਨਕ ਤਾਕਾ ਦਾਸ ਹੈ, ਸੋਈ ਨਿਰੰਜਨ ਦੇਹੋ।
ਉਸ ਨਿਰੰਜਨ ਵੀ ਜਿਹੜਾ ਅਭੇਦ ਹੋ ਗਿਆ ਕਾਲਖ ਰਹਿਤ ਤੋਂ। ਅੱਗੇ ਮਹੱਲਾ ਦੂਜਾ, ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਮੈਂ ਅਰਜ਼ ਕਰਾਂਗਾ, ਏ ਕ੍ਰਿਸ਼ਨੰ ਸਰਬ ਦੇਵਾ, ਇਹਦੇ ਅਰਥ ਇੱਥੋਂ ਸ਼ੁਰੂ ਕਰ ਲਈਏ। ਸਰਬ ਦੇਵਾ, ਸਾਰਿਆਂ ਦੇਵਤਿਆਂ ਦਾ ਸ਼੍ਰੋਮਣੀ ਦੇਵਤਾ, ਏ ਕ੍ਰਿਸ਼ਨੰ। ਹੁਣ ਇੱਥੇ ਮੇਰੇ ਮਨ 'ਚ ਵੀ ਕੱਲ ਤੱਕ ਮੈਂ ਸੋਚੀ ਜਾਂਦਾ ਕਥਾ ਕਰਦਿਆਂ ਵੀ ਕ੍ਰਿਸ਼ਨ ਦਾ ਅਰਥ ਇਹ ਸਾਂਵਲਾ ਵੀ ਆਇਆ। ਉਂਝ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਫਿਰ ਤੁਹਾਨੂੰ ਬੇਨਤੀ ਕਰਾਂਗਾ, ਹੋ ਸਕਦਾ ਕਈਆਂ ਨੂੰ ਨਹੀਂ ਚੰਗੀ ਲੱਗੇ। ਹਰ ਬੰਦੇ ਨੂੰ ਗੱਲ ਚੰਗੀ ਨਹੀਂ ਲੱਗਦੀ ਹੁੰਦੀ, ਕੋਈ ਸ਼ੱਕ ਨਹੀਂ ਇਹਦੇ 'ਚ। ਤੇ ਕਦੀ ਇਹ ਚੋਖਾ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਸਾਰੇ ਲੋਕ ਮੰਨ ਲੈਣ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਬੰਦਾ ਰੱਬ ਨੂੰ ਤਰਲੇ ਲੈਂਦਾ ਜੇ ਦਰਸ਼ਨ ਹੋ ਜਾਣ, ਮੈਂ ਝਲਕ ਪਾਲਾਂ, ਤੁਰਿਆ ਫਿਰਦਾ ਬਾਹਰ, ਕੋਈ ਕਿਤੇ ਪੰਡ ਚੁੱਕ ਕੇ ਕੱਪੜਿਆਂ ਨਹੀਂ ਤੁਰਿਆ ਫਿਰਦਾ, ਕਿਤੇ ਰੱਬ ਨੂੰ ਹੀ ਲੱਭਣ ਤੁਰੇ ਫਿਰਦੇ। ਪਰ ਜਿੱਦਣ ਸਾਹਮਣੇ ਝਲਕ ਦਿੰਦਾ ਹੈ, ਬੰਦਾ ਹੋਣ ਵਿੱਚ ਇੱਕ ਨੁਕਸ ਜੇ ਚੰਗਾ ਬੜਾ ਹੈ, ਪਰ ਇੱਕ ਇਹਦੇ 'ਚ ਬੜਾ ਨੁਕਸੇ ਦੀ ਖੌਮੇ ਜਿਹੜੀ ਹੈ, ਦੂਜੇ ਵਿੱਚੋਂ ਰੱਬ ਦੀ ਝਲਕ ਹੀ ਨਹੀਂ ਪਾਉਣ ਦਿੰਦੀ। ਇਸ ਤਰ੍ਹਾਂ ਹੀ ਹੈ ਨੇ ਜੀ। ਜਿੱਦਣ ਸੱਚਮੁੱਚ ਨਿਰਾਕਾਰ ਆਕਾਰ ਬਣ ਕੇ ਵਿਚਰਿਆ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ, ਜਿਹੜੇ ਲੋਕ, ਕਿਸੇ ਠੱਗ ਨੇ ਨਹੀਂ ਕਿਹਾ ਬਾਬਾ ਨਾਨਕ ਜਿਹੜਾ ਬੇਤਾਲਾ ਹੈ, ਸੱਜਣ ਠੱਗ ਨੇ ਨਹੀਂ ਕਿਹਾ, ਕੌਡੇ ਰਾਖਸ਼ ਨੇ ਨਹੀਂ ਕਿਹਾ, ਭੂਮੀਏ ਚੋਰ ਨੇ ਨਹੀਂ ਕਿਹਾ। ਮੈਂ ਇਹਨਾਂ ਦੇ ਪਹਿਲੇ ਸ਼ਬਦ ਵਰਤ ਰਿਹਾ, ਹੁਣ ਵਾਲੇ ਨਹੀਂ। ਭਾਈ ਸੱਜਣ, ਭਾਈ ਕੌਡਾ, ਭਾਈ ਭੂਮੀਆਂ। ਮੈਨੂੰ ਤੁਸੀਂ ਦੱਸੋ, ਕਿਸੇ ਬਦਮਾਸ਼ ਨੇ, ਡਾਕੂ ਨੇ, ਚੋਰ ਨੇ ਕਿਹਾ ਗੁਰੂ ਨਾਨਕ ਸਾਹਿਬ ਬੇਤਾਲਾ ਹੈ? ਚੇਤੇ ਰੱਖਿਓ, ਇਹ ਸ਼ਬਦਾਵਲੀ ਕਰੂਰ ਉਹਨਾਂ ਲੋਕਾਂ ਦੀ ਸੀ ਜਿਨ੍ਹਾਂ ਕੋਲ ਸ਼ਬਦ ਧਰਮ ਦਾ ਸੀ, ਕੱਪੜਾ ਧਰਮ ਦਾ ਸੀ, ਇੱਟਾਂ ਧਰਮ ਮੰਦਰ ਦੀਆਂ ਸਨ, ਪਰ ਚੇਤੇ ਰੱਖਿਓ ਅੰਦਰੋਂ ਧਰਮੀ ਨਹੀਂ ਸਨ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਚਾਹਾਂਗਾ ਕਿ ਕਦੀ ਵੀ ਅਵਤਾਰ ਦੇ ਸੰਬੰਧ ਵਿੱਚ, ਰਾਤ ਵੀ ਮੈਂ ਕਿਹਾ ਸੀ, ਜਿੱਥੇ ਲੋੜ ਪੈਗੀ ਸਿਧਾਂਤ ਦੀ ਮੈਂ ਵੀ ਗੱਲ ਕਰਾਂਗਾ, ਪਰ ਕਿਸੇ ਦੇ ਅਵਤਾਰ ਨੂੰ ਭੰਡੀ ਦਾ ਨਹੀਂ। ਮੇਰੇ ਮਨ 'ਚ ਇੱਕ ਦਿਨ ਆਇਆ ਜਦੋਂ ਗੁਰੂ ਰਾਮ ਪਟਨਲ ਦਿੱਤੀ ਜਾ ਸਕੇਗੀ। ਅਜਾਮਲ ਵੀ ਤਰਿਆ, ਪੁਰਾਣਕ ਭਗਤ ਅਜਾਮਲ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਤੇ ਵੀ ਭੱਟਾਂ ਨੇ ਗੁਰੂ ਦੀ ਤੁਲਨਾ ਅਜਾਮਲ ਨਾਲ ਨਹੀਂ ਜੇ ਕੀਤੀ। ਹਾਲਾਂਕਿ ਬਾਣੀ ਨੇ ਮੰਨਿਆ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਮੇਰੀ ਫਿਰ ਬੇਨਤੀ ਹੈ, ਜੇ ਕਵਲ ਨੈਣ ਮਧੁਰ ਬੈਨ ਗੁਰੂ ਰਾਮਦਾਸ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ, ਤੇ ਸਾਨੂੰ ਸ਼ਬਦ ਬੋਲਦਿਆਂ, ਵਾਕ ਬੋਲਦਿਆਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਅੱਖਾਂ ਸਾਹਮਣੇ ਰੱਖਣਾ ਚਾਹੀਦਾ। ਹੁਣ ਇਹਦਾ ਅਰਥ ਇਹ ਨਾ ਕੋਈ ਕਰ ਲਾ ਪਏ, ਭਾਈ ਸਾਹਿਬ ਨੇ ਤੇ ਕਹਿ ਦਿੱਤਾ ਹੁਣ ਰਾਸ ਕਰਨੀ ਚਾਹੀਦੀ, ਕਿਉਂਕਿ ਉਲਟੇ ਅਰਥ ਕਰਨੇ ਨੇ ਨਾ। ਹੁਣ ਇਹ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ, ਸਰਬ ਦੇਵਾ ਸਾਰਿਆਂ ਦੇਵਤਿਆਂ ਦਾ ਸ਼੍ਰੋਮਣੀ, ਇਹ ਕ੍ਰਿਸ਼ਨੰ। ਇੱਥੇ ਸਤਿਗੁਰੂ ਨੇ ਕ੍ਰਿਸ਼ਨੰ ਦੇ ਨਾਲ ਲਫ਼ਜ਼ ਏਕ ਵਰਤ ਲਿਆ। ਉਂਝ ਰੱਬ ਦੀ ਰਚੀ ਕੋਈ ਰਚਨਾ ਵਿੱਚ ਕ੍ਰਿਸ਼ਨ ਇੱਕ ਨਹੀਂ। ਅਵਤਾਰ ਦੀ ਗੱਲ ਕਰੋਗੇ, ਇਸ ਨੁਕਤੇ ਨੂੰ ਸੁਣਿਓ, ਅਵਤਾਰ ਦੀ ਗੱਲ ਕਰੋਗੇ, ਕੇਤੇ ਕਾਨ ਮਹੇਸ਼, ਇਹ ਕ੍ਰਿਸ਼ਨ ਨਹੀਂ ਰਹੇਗਾ ਉੱਥੇ। ਸੁਣਿਓ ਫਿਰ, ਉੱਥੇ ਕੇਤੇ ਕਾਨ ਮਹੇਸ਼, ਕਿੰਨੇ ਕ੍ਰਿਸ਼ਨ ਤੇ ਕਿੰਨੇ ਸ਼ਿਵ ਜੀ, ਇੱਕ ਨਹੀਂ ਕਿਹਾ। ਜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਪੜੋਗੇ, ਏਕ शिव ਭਏ ਏਕ ਗਏ ਏਕ ਫਿਰ ਪਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਏਕ ਕ੍ਰਿਸ਼ਨ। ਉੱਥੇ ਅਨੇਕ ਲਫ਼ਜ਼ ਵਰਤਿਆ। ਇੱਥੇ ਜਦੋਂ ਲਫ਼ਜ਼ ਏਕ ਆ ਗਿਆ, ਨਾਲ ਸ਼ਬਦ ਕ੍ਰਿਸ਼ਨ ਆ ਗਿਆ, ਇਹਦਾ ਮਤਲਬ ਇਹ ਸੀ ਕਿ ਪਿਆਰੇ ਸਿੱਖੋ, ਇਹਦੇ ਅਰਥ ਕਰਦਿਆਂ ਇੱਕ ਲਫ਼ਜ਼ ਨੂੰ ਇੱਕ ਓੰਕਾਰ ਨਾਲ ਜੋੜ ਕੇ ਹੀ ਅਰਥ ਕਰਿਓ। ਇਹ ਕ੍ਰਿਸ਼ਨੰ, ਇੱਕ ਅਕਾਲ ਪੁਰਖ ਵਾਹਿਗੁਰੂ, ਇੱਕ ਪਾਰ ਬ੍ਰਹਮ ਪਰਮੇਸ਼ਰ, ਸਰਬ ਦੇਵਾ ਸਾਰਿਆਂ ਦੇਵਤਿਆਂ ਦਾ ਸ਼੍ਰੋਮਣੀ ਦੇਵਤਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਫਿਰ ਅਰਥ ਬੜੇ ਸੌਖੇ ਬਣਨਗੇ। ਇਹ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ, ਦੇਵਤਿਆਂ ਵਿੱਚੋਂ ਮਹਾਨ ਦੇਵਤਾ, ਸਾਰਿਆਂ ਵਿੱਚ ਉਸ ਇੱਕ ਕ੍ਰਿਸ਼ਨ ਦੀ ਜੋਤ ਹੀ ਕਿਰਪਾ ਵਰਤਾਂਦੀ ਪਈ, ਇੱਕ ਓੰਕਾਰ ਦੀ। ਉਂਝ ਆਓ ਥੋੜਾ ਜਿਹਾ ਬਾਣੀ ਚੋਂ ਦੇਖ ਲਈਏ। ਮੈਂ ਇਹ ਨਹੀਂ ਕਿ ਕਿਸੇ ਦੇ ਦੇਵ ਨੂੰ ਨਿੰਦਣ ਲੱਗਾ, ਪਰ ਗੁਰੂ ਜਿਹੜਾ ਰਸਤਾ ਦੱਸਦਾ ਉੱਤੇ ਚੱਲ ਪੈਣਾ ਚਾਹੀਦਾ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਜੀ,
ਉਸ ਵਿੱਚ ਉਹਨਾਂ ਨੇ ਇੱਕ ਲਫ਼ਜ਼ ਵਰਤਿਆ, ਕਹਿੰਦੇ ਨੇ ਮੈਂ ਅਵਤਾਰ ਤੇ ਪਾਰ ਬ੍ਰਹਮ ਪਰਮੇਸ਼ਵਰ। ਕਹਿੰਦੇ ਜਿੰਨੀ ਦੇਵ ਪੂਜਾ ਹੈ ਸਾਰੀ ਮੈਂ ਇਸ ਬਦਲੇ ਵਿੱਚ ਦੇਣ ਨੂੰ ਤਿਆਰ ਹਾਂ, ਮੈਨੂੰ ਏਕ ਕ੍ਰਿਸ਼ਨ ਮਿਲ ਜਾਏ, ਇੱਕ ਓਂਕਾਰ। ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ, ਹਉ ਤੋਂ ਏਕ ਰਮਈਆ। ਉੱਥੇ ਏਕ ਰਮਈਆ, ਇੱਥੇ ਏਕ ਕ੍ਰਿਸ਼ਨ, ਇੱਕ ਓਂਕਾਰ ਅਕਾਲ ਪੁਰਖ ਵਾਹਿਗੁਰੂ। ਹਉ ਤੋਂ ਏਕ ਰਮਈਆ ਲੈਖੂੰ, ਆਨ ਦੇਵ ਬਦਲਾਵਨ ਦੇਖੂੰ, शिव शिव करते जो नर ध्यावै, बरत चरै डोरू टमकावै, माँ माई की पूजा करै, नर सै नार होए उतरै, तू कईयती आद भवानी, मुक्त की बरिया कहाँ छपानी, गुरमत राम नाम गौ मीता, राम नाम गौ मीता। हाँ तो एक रमैया, एक ओंकार, एक शब्दंग। एक रखियो, एक शब्दंग नाल ही अगे अर्थ तुरनगे, एक कृष्ण। एक नूं वख कर दोगे सिੱਖੀ चों। ਦਾਸ ਨੇ ਤਾਂ ਇੱਕ ਦਿਨ ਅਰਜ਼ ਸ਼ਾਇਦ ਇੱਥੇ ਵੀ ਮੈਂ ਕੀਤੀ ਸੀ, ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਲਫ਼ਜ਼ ਹੀ ਇੱਕ ਓਂਕਾਰ ਹੈ। ਤੇ ਇਹ ਮੈਂ ਸਿਰਫ ਥੋੜੇ ਜਿਹੇ ਅਰਥ ਕਰ ਦੇਣਾ। ਇੱਕ ਗੁਰਦੇਵ ਨੇ ਅੰਕ ਵਾਲਾ ਲਿਆ ਹੈ, ਇੱਕ ਗੁਰੂ ਨੇ ਅੱਖਰਾਂ 'ਚ ਨਹੀਂ ਲਿਖਿਆ। ਹਾਲਾ ਬਾਣੀ 'ਚ ਅੱਖਰਾਂ 'ਚ ਆਉਂਦਾ ਹੈ ਜੀ ਸਰੂਪ। ਆਹ ਪਾਠ ਕਰ ਦਿਓ, ਈੜੀ ਨੂੰ ਸਿਆਰਾ ਸਿਆਰੀ, ਕੱਕਾ ਔਂਕੜ, ਇੱਕ ਈੜੀ ਨੂੰ ਸਿਆਰੀ, ਕੱਕੇ ਨੂੰ ਸਿਆਰੀ, ਇਹ ਲਫ਼ਜ਼ ਆਉਂਦੇ ਨੇ। ਪਰ ਓਂਕਾਰ ਤੋਂ ਪਹਿਲਾਂ ਸਤਿਗੁਰੂ ਨੇ ਇੱਕ ਅੱਖਰਾਂ 'ਚ ਨਹੀਂ ਲਿਖਿਆ। ਉਹਦਾ ਕਾਰਨ ਕਹਿੰਦੇ ਨੇ ਵਿਦਵਾਨ, ਜਿਹੜਾ ਓਮ ਲਫ਼ਜ਼ ਹੈ, ਓਮ ਦੀ ਸਾਊਂਡ ਹੈ, ਇਹਦੇ 3 ਟੁਕੜੇ ਕੀਤੇ ਗਏ ਨੇ, ਐੜਾ ਊੜਾ ਤੇ ਮੰਮਾ। ਕਦੀ ਧਿਆਨ ਨਾਲ ਦੇਖਿਓ, ਆਕਾਰ ਉਕਾਰ ਮਕਾਰ ਲਫ਼ਜ਼ ਵੀ ਵਰਤੇ। ਉਹ ਸਾਊਂਡ ਦੇ ਓਂਕਾਰ ਦੇ 3 ਟੁਕੜੇ ਕਰਕੇ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਦੇਵ ਬਣਾ ਦਿੱਤਾ ਓਂਕਾਰ ਨੂੰ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਓਂਕਾਰ ਬ੍ਰਹਮਾ ਉਤਪਤ। ਫਿਰ ਸੁਣਿਓ, ਇੱਥੇ ਇੱਕ ਲਿਖਣ ਦਾ ਮਤਲਬ ਇਹ ਸੀ, ਸ਼ਬਦ ਜਿਹੜਾ ਨਾ ਉਹ ਅਰਥ ਚੇਂਜ ਕਰ ਜਾਂਦਾ ਜੇ, ਅੰਕ ਅਰਥ ਨਹੀਂ ਚੇਂਜ ਹੋਣ ਦਿੰਦਾ। ਫਿਰ ਸੁਣਿਓ, ਅੱਖਰਾਂ ਦਾ ਜੋੜ ਸ਼ਬਦ ਹੈ ਨਾ, ਸ਼ਬਦ ਅਰਥ ਇੱਕ ਨਹੀਂ ਰਹਿਣ ਦਿੰਦਾ, ਸ਼ਬਦ ਅਰਥ ਚੇਂਜ ਕਰ ਜਾਂਦਾ। ਸਿੱਧੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਤੁਸੀਂ ਲੈ ਲਓ ਕਿ ਸ਼ਬਦ ਅਰਥ ਚੇਂਜ ਨਹੀਂ ਕਰਦਾ। ਜਿਵੇਂ ਅਸੀਂ ਚਲੋ ਆਮ ਤੌਰ 'ਤੇ ਜਦੋਂ ਸਾਡੀ ਸੰਥਿਆ ਸ਼ੁਰੂ ਹੋਈ, ਸਾਨੂੰ ਆਹ ਤੁਕ ਪੜ੍ਹਾਉਂਦੇ ਹੁੰਦੇ ਸਨ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਈ। ਆਹਰ ਲਫ਼ਜ਼ 3 ਵਾਰੀ ਆਇਆ, ਪਰ ਉੱਥੇ ਅਰਥ ਚੇਂਜ ਕਰ ਜਾਂਦਾ। ਆਹਰ ਸਭ ਕਰਦਾ ਫਿਰੇ, ਪਹਿਲੇ ਆਹਰ ਦਾ ਅਰਥ ਦੁਨੀਆ ਦੇ ਧੰਦੇ, ਆਹਰ ਇੱਕ ਨਾ ਹੋਏ। ਦੂਜੇ ਆਹਰ ਦਾ ਅਰਥ ਪਰਮਾਤਮਾ ਦੇ ਨਾਮ ਦਾ ਆਹਰ। ਤੀਸਰਾ ਜਿਤ ਆਹਰ, ਬੰਦਗੀ ਵਾਲਾ ਆਹਰ। ਕੀ ਇਹ ਅਰਥ ਚੇਂਜ ਨਹੀਂ ਕਰ ਗਿਆ ਸ਼ਬਦ? ਸਿੱਧੀ ਜੀ ਗੱਲ ਘਰ ਲਫ਼ਜ਼ ਹੈ ਜੀ। ਘਰ ਲਫ਼ਜ਼ ਕਿੰਨੇ ਅਰਥ ਚੇਂਜ ਕਰਦਾ ਗੁਰਬਾਣੀ 'ਚ। ਘਰ ਦਾ ਅਰਥ ਗਾਉਣ ਨਾਲ, ਏਕ ਸਵਾਨ ਕਹਿ ਘਰ ਗਾਵਣਾ। ਘਰ ਦਾ ਅਰਥ ਧਰਮ ਗ੍ਰੰਥ 6 ਘਰ 6 ਗੁਰ 6 ਉਪਦੇਸ਼। ਘਰ ਦਾ ਅਰਥ ਹਿਰਦਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਘਰ ਦਾ ਅਰਥ ਵਾਸ਼ਨਾ ਇਸਤਰੀ ਲਈ ਘਰ ਕਾ ਮਾਸ ਚੰਗੇਰਾ ਗੁਰੂ ਗ੍ਰੰਥ ਸਾਹਿਬ 'ਚ। ਘਰ ਦਾ ਅਰਥ ਆਤਮਿਕ ਅਵਸਥਾ, ਨਾਨਕ ਬੱਧਾ ਘਰ ਤਾਹਾਂ ਜਿੱਥੈ ਮਿਰਤ ਨਾ ਜਨਮ ਜਰਾ। ਪਰ ਮੈਂ ਬੇਨਤੀ ਕਰਾਂਗਾ, ਇਹ ਲਫ਼ਜ਼ ਜਦੋਂ ਵੀ ਅੱਖਰੀ ਸ਼ਬਦ ਆਉਣਗੇ ਉਹ ਅਰਥ ਚੇਂਜ ਕਰਨ ਦੀ ਗੁੰਜਾਇਸ਼ ਰੱਖੇਗਾ। ਇਹੀ ਕਾਰਨ ਕਿ ਸ਼ਬਦਾਂ ਵਿੱਚ ਧੁਰ ਕੀ ਬਾਣੀ ਦਾ ਗਿਆਨ ਹੈ। ਸਾਡੇ ਵਰਗੇ ਵਿਆਖਿਆ ਕਰਨ ਵਾਲਿਆਂ ਨੇ ਬਸ ਵਿਆਖਿਆ ਕਰਦਿਆਂ ਕਰਦਿਆਂ, ਜਿੱਥੋਂ ਗੰਗੋਤਰੀ ਇਉਂ ਕਹਿ ਲਵਾਂ, ਚਲੋ ਲਫ਼ਜ਼ ਮੈਂ ਵਰਤਿਆ, ਜਿੱਥੋਂ ਨਿਰਮਲ ਸੋਮਾ ਸੀ ਚੱਲਿਆ, ਉਹਦੇ ਅਰਥ ਸਮੁੰਦਰ ਤੱਕ ਜਾਂਦਿਆਂ ਗਵਾ ਜਾਂਦੇ ਨੇ, ਜਦੋਂ ਰਸਤੇ ਵਿੱਚ ਸਾਡੇ ਵਰਗੇ ਵਿਆਖਿਆ ਕਰ ਲੱਗ ਪੈਂਦੇ ਨੇ, ਉਹ ਚੇਂਜ ਹੋ ਜਾਂਦੇ ਨੇ ਅਰਥ। ਪਰ ਅੰਕ ਦਾ ਅਰਥ ਚੇਂਜ ਕਰ ਸਕਾਂਗੇ? ਸ਼ਬਦ ਚੇਂਜ ਹੋ ਜਾਏਗਾ ਅਰਥਾਂ 'ਚ। ਇੱਕ ਦਾ ਅਰਥ ਅਦੁੱਤੀ, ਇੱਕ ਦਾ ਅਰਥ ਗੁਰੂ ਸਾਹਿਬ ਨੇ ਈੜੀ ਨੂੰ ਸਿਆਰੀ ਕੱਕਾ ਨਹੀਂ ਪਾਇਆ, ਉਹਨਾਂ ਇੱਕ ਅੰਕਾਂ ਦਾ ਲਿਖ ਕੇ ਇਹ ਅਰਥ ਕਰ ਦਿੱਤੇ ਹੋ। ਗੁਰੂ ਕੇ ਸਿੱਖੋ ਓਂਕਾਰ ਨੂੰ ਮੰਨਣਾ ਹੈ, ਮਤ ਕੋਈ ਦੇਵ ਮੂਰਤੀ ਤ੍ਰੈ ਮੂਰਤੀ ਜਾਂ ਕਿਸੇ ਦੇਵੀ ਨਾਲ ਅਰਥ ਕਰ ਲੱਗ ਪਏ। ਇੱਕ ਦਾ ਅਰਥ ਕੇਵਲ ਇੱਕ, ਜਿਸ ਵਰਗਾ ਹੋਰ ਕੋਈ ਨਹੀਂ। ਇੱਕ ਦਾ ਅਰਥ ਇਕੱਲਾ ਇਹ ਵੀ ਨਹੀਂ ਕਰਨਾ ਰੱਬ ਇੱਕ ਹੈ, ਨਹੀਂ, ਇੱਕ ਉਹ ਇੱਕ ਜਿਸ ਇੱਕ ਵਰਗਾ ਕੋਈ ਨਹੀਂ। ਫਿਰ ਇਹ ਨੁਕਤੇ ਨੂੰ ਸੁਣਿਓ, ਸਾਡੀ ਧਰਤੀ ਦਾ ਸੂਰਜ ਇੱਕ ਹੈ, ਇਹਦੇ ਅਰਥ ਇਹ ਥੋੜ੍ਹਾ ਕਹਾਂਗੇ ਜਿਵੇਂ ਸੂਰਜ ਇੱਕ ਇਸ ਤਰ੍ਹਾਂ ਸਾਡਾ ਰੱਬ ਇੱਕ ਹੈ। ਨਹੀਂ, ਇਸ ਸੂਰਜ ਵਰਗੇ ਅਨੇਕਾਂ ਸੂਰਜ ਨੇ।
ਇਹ ਇੱਕ ਬ੍ਰਹਿਮੰਡ ਵਰਗੇ ਕਿੰਨੇ ਬ੍ਰਹਿਮੰਡ ਨੇ, ਪਰ ਚੇਤੇ ਰੱਖਿਓ ਜਿੰਨੇ ਬ੍ਰਹਿਮੰਡ ਨੇ ਉਹਨੇ ਰੱਬ ਕੋਈ ਨਹੀਂ। ਇੱਕ ਕੋਟ ਬ੍ਰਹਿਮੰਡ ਕੋ ਠਾकुर स्वामी सर्व जियां का दाता रे। ब्रह्मांड कोट ने पर एक है। इत्थे फिर मैं बेनती करांगा, एक कृष्णं, एक पार ब्रह्म परमेश्वर वाहिगुरू। जे इदू वड्डा देवता, देव दा लफ्जी अर्थ वैसे प्रकाश ही हुंदा है, चानण। एक कृष्णं सर्व देवा, सारियां दा देवतियां दा देवता एक। इनू बाबा जी ने जपजी साहिब च खोल दिता। मेरा ख्याल है इस तो बाद तो सानू किसी तो पुछण दी लोड़ ही नहीं। एका माई जुगत विआई, तिन चेले प्रवान, एक संसारी, एक भंडारी, एक लाए दीवान। ये याद रखियो, इन्ने को अर्थ करके अनर्थ ना करिए कि गुरु नानक साहब ने मान लिया भी एक ब्रह्मा जी ने संसारी, एक भंडारी विष्णु जी ने, एक शिव है। पर बाबा जी ने कहा नहीं, इस तो अगे चलो। एक संसारी, एक भंडारी, एक लाए दीवान, जिव तिस भावै एक कृष्णंग, एक ओंकार। एक कृष्णंग सर्वदेवा, जिव तिस भावै तिवै चलावै, जिव होवै फुरमान। ओ वेखै एक कृष्णंग, एक ओंकार। ओ वेखै ओना नदर न आवे, बहुता एहो विडान। आदेश तिसै आदेश, एक कृष्ण नमस्कार। आदेश तिसै आदेश, आद जिहड़ा सब दा मुੱਢ है, पर अपना ओदा आद कोई नहीं। आद अनील अनाद अनाथ, जिहड़ा पवित्र है, जिहदे टुकड़े नहीं हो सकते। आद अनील अनाद अनाथ, जुग जुग एको वेश एक कृष्ण, जिहड़ा हर जुग च एक है। इनू सतगुरु ने जी गुरु ग्रंथ साहिब की बाणी ना जदों असीं जाप साहिब का पाठ करने, मैं फिर बेनती करांगा, देवतियां दा श्रोमणी देवता, राजान राज, पानान पान, अगे की है देवान देव। एक कृष्ण सर्व देवा, देवान देव, उपमा महान। राजियां दा राजा, सूरजां दा महासूरज, देवतियां दा महादेवता। महिमा नहीं जाने वेद, गुरु ग्रंथ साहिब जी दे बचन ने। जिदी उपमा नूं, जिदी महिमा नूं वेद नहीं जान सकते, जिदे अंत नूं अवतार नहीं जान सकते, जिदे अंत नूं देवियां देवियां नहीं जाने मर्म। फिर तां बेनती कर लगा, एक कृष्ण इस करके गावन तुद नूं ईश्वर ब्रह्मा देवी, सोहन तेरे सदा सवारे। गावन तुद नूं इंद्र इंद्रासन बैठे। बेनती है इंद्र इंद्रासन, एक कृष्ण सर्वदेवा। हुण इनू कोई ईरखा च ना लै जाए भी शायद किसी देवते नूं असीं खंडन करन तुरे हां। उस परम शक्ति नूं आपां मन्नना है जिहदे विचों सारा प्रकाश निकलिया है, जिहड़ा आद है। इसे करके गुरु गोबिंद सिंह जी नूं पुछया सी सिखां ने, महाराज तुसीं अकाल दी गल करदे हो, एक दी गल करदा है गुरु नानक साहिब दा घर, पर उस एक दी गल नूं अनेकता दी झलक विचों वेख के भी एक वेखना है। क्योंकि जो कहना मैं एक तो बिना किसी नहीं मानता, उदों कई बार रुखा हो जाता जी। क्योंकि उस अनेक एक एक जिहड़ा उहनूं अनेकता तो किवें वाक करोगे। अमान है, निदान है, अनेक हैं, फिर एक है। पहला पवित्र छंद किते पढ़िए जाप साहिब दा, छपा छंद तब प्रसाद। केड़ा है साडा एक कृष्ण, चक्र चेन अर बरन, जात अर पात नैन, जे रूप रंग अर रेख, पेक को कह न सकत कहें। ओदा कोई रूप रेख कोई नहीं, ओदे कोई चक्कर, ओदे कोल कोई बंसरी नहीं, ओदे कोल चक्कर कोई नहीं, ओदे कोल गदा कोई नहीं, ओदे कोल कोई बाहर दे चिन्ह नहीं, कोई निशानियां कोई नहीं ओदियां। मैनू बख्श दिया जे, इत्थों तक रब दा मजहब भी कोई नहीं। नमस्तंग अमजबे, असीं रौला पाई फिरने, ओदा ते अपना मजहब ही कोई नहीं। कहंदा लड़ी जो आपस च, ओदा कोई चक्कर चिन्ह नहीं, साडी तरह ओदे फिंगरप्रिंट कोई नहीं। ठीक है, मैं फिर अर्ज करांगा क्योंकि बड़ा गहरा विषय। आप जी कहोगे उन्हें सावल सुंदर क्या है, ये तो रंग है। जदों निर्गुण दी निराकार दी गल करोगे, ओदा कुछ भी बाहरमुखी दृष्टमान चिन्ह है ही नहीं। पर यदा अर्थ ये नहीं कि जे चिन्ह कोई नहीं, ओदी होंद कोई नहीं, सवाल ही नहीं पैदा होंदा। गुरु ने अकाल नाल एक शब्द मूरत वरतिया। मूरत का अर्थ तस्वीर नहीं, अकाल मूरत। वो अकाल है पर ओदी होंद है।
ਉਹ ਹੋਂਦ ਤੋਂ ਬਿਨਾਂ ਨਹੀਂ। ਮੈਂ ਤਾਂ ਕਈ ਵਾਰੀ ਬੇਨਤੀ ਕਰਨਾ, ਅਸੀਂ ਬਹੁਤ ਕੁਝ ਅਦ੍ਰਿਸ਼ਟ ਵਾਪਰਦਾ ਸਾਡੀ ਬਾਡੀ ਵਿੱਚ ਵੀ, ਜਿਹੜਾ ਦਿਸਦਾ ਕੋਈ ਨਹੀਂ। ਜਿਹੜਾ ਕਈ ਵਾਰੀ ਕਹਿੰਦੇ ਵੀ ਜਿਹਦਾ ਰੂਪ ਰੇਖ ਕੋਈ ਨਹੀਂ, ਬੰਦਾ ਕਾਲਾ ਜਿਹਾ ਪੈ ਜਾਂਦਾ, ਹੁੰਦਾ ਹੀ ਕੋਈ ਨਹੀਂ ਫਿਰ। ਤੇ ਅੱਜ ਅਸੀਂ ਕਹਿੰਦੇ ਹਾਂ ਜੀ ਅਸੀਂ ਤਾਂ ਉਹਨੂੰ ਮੰਨਦੇ ਹਾਂ ਜਿਹੜਾ ਦਿਸਦਾ। ਹੁਣ ਜਿਵੇਂ ਆਪਾਂ ਤੁਰੇ ਹਾਂ ਨਾ ਜੀ, ਜਿਵੇਂ ਸਾਇੰਸ ਸਿੱਧ ਕਰਦੀ ਪਈ, ਇਸ ਤਰ੍ਹਾਂ ਸਿੱਧ ਕਰੋ ਬਾਣੀ ਨੂੰ। ਕਈਆਂ ਨੂੰ ਹੋ ਸਕਦਾ ਹੈ ਕਹਿਣਗੇ ਵੀ ਮੈਂ ਅਨਪੜ੍ਹ ਹਾਂ, ਮੈਂ ਨਹੀਂ ਸਾਇੰਸ ਪੜ੍ਹਿਆ, ਤਾਂ ਵਿਰੋਧੀ ਹਾਂ। ਅਸੀਂ ਕੀਜੀਏ ਸ਼ਬਦ ਨੂੰ ਸਿੱਧ ਕਰੋ। ਸਾਇੰਸ ਕਹਿੰਦੀ ਹੈ ਮੈਂ ਦੇਖ ਰਹੀ ਹਾਂ, ਮੈਂ ਦ੍ਰਿਸ਼ਟਮਾਨ ਨੂੰ ਮੰਨਨੀ ਹਾਂ। ਤੇ ਮੈਂ ਇੱਕ ਬੇਨਤੀ ਕਰਾਂ, ਤੁਹਾਡੀ ਮੇਰੀ ਬਾਡੀ 'ਚ ਬਹੁਤ ਕੁਝ ਐਸਾ ਹੈ ਜਿਹੜਾ ਦਿਸਦਾ ਨਹੀਂ। ਸਭ ਕੁਝ ਬਾਡੀ ਤੇ ਕਬਜ਼ਾ ਕਰੀ ਬੈਠਾ। ਜੇ ਦਿਸਦਾ ਹੁੰਦਾ ਤੇ ਬੰਦਾ ਮੈਡੀਕਲ ਸਾਇੰਸ ਨਾਲ ਪ੍ਰਬੰਧ ਨਾ ਕਰ ਲੈਂਦਾ ਇਹਦਾ। ਕਾਮ ਇੱਕ ਐਨਰਜੀ ਹੈ, ਕਾਮ ਇੱਕ ਜਜ਼ਬਾ ਅਦ੍ਰਿਸ਼ਟ ਹੈ, ਕ੍ਰੋਧ ਇੱਕ ਅਦ੍ਰਿਸ਼ਟ ਹੈ, ਲੋਭ ਮੋਹ ਹੰਕਾਰ ਅਦ੍ਰਿਸ਼ਟ ਨੇ, ਈਰਖਾ ਨਿੰਦਿਆ ਚੁਗਲੀ ਸਭ ਅਦ੍ਰਿਸ਼ਟ ਹੈ। ਪਰ ਜਦੋਂ ਬਾਡੀ ਤੇ ਕਬਜ਼ਾ ਕਰਦਾ ਹੈ, ਦ੍ਰਿਸ਼ਟਮਾਨ ਨੂੰ ਪਕੜ ਲੈਂਦਾ। ਫਿਰ ਸੁਣਿਓ, ਹੈ ਅਦ੍ਰਿਸ਼ਟ। ਜੇ ਦਿਸਦਾ ਹੋਵੇ ਬੰਦੇ ਨੂੰ ਕਿ ਮੇਰੇ ਅੰਦਰ ਦੀ ਜਿਹੜੀ ਵਾਸ਼ਨਾ ਹੈ, ਤਰਲੇ ਹੀ ਮਾਰਦਾ ਨਾ, ਮੇਰਾ ਮਨ ਟਿਕ ਜਾਏ, ਮਨ ਟਿਕ ਜਾਏ। ਜੇ ਇਹਨੂੰ ਦਿਸਦਾ ਹੋਵੇ ਤੇ ਮੈਡੀਕਲ ਸਾਇੰਸ ਇਹਦੀ ਸਾਰੀ ਸਫਾਈ ਨਾ ਕਰਦੇ ਅੰਦਰ ਦੀ, ਕਿ ਚੱਲ ਜਾ ਤੇਰੇ ਅੰਦਰ ਦੀ ਕੀਤੀ ਸਫਾਈ, ਅੱਜ ਤੋਂ ਬਾਅਦ ਕਾਮ ਕ੍ਰੋਧ ਲੋਭ ਮੋਹ ਕੁਝ ਨਹੀਂ ਫੁਰਨਾ ਉੱਠਣਾ, ਕਿਉਂਕਿ ਉਹਦੇ ਕੋਲ ਦਵਾਈ ਕੋਈ ਨਹੀਂ ਇਹਦੀ। ਫਿਰ ਬੇਨਤੀ ਕਰਾਂਗਾ, ਅਦ੍ਰਿਸ਼ਟ ਵਾਸ਼ਨਾਵਾਂ ਦ੍ਰਿਸ਼ਟਮਾਨ ਵਿੱਚੋਂ ਪ੍ਰਗਟ ਹੁੰਦੀਆਂ ਨੇ। ਸੁਣਿਓ, ਰੱਬ ਦਾ ਬਣਾਇਆ ਹੈ ਨਾ। ਅਦ੍ਰਿਸ਼ਟ ਜਿਹੜੇ ਦੈਵੀ ਗੁਣ ਨੇ ਉਹ ਵੀ ਦ੍ਰਿਸ਼ਟਮਾਨ ਵਿੱਚੋਂ ਪੈਦਾ ਹੁੰਦੇ ਨੇ। ਤਰਸ ਅਦ੍ਰਿਸ਼ਟ ਹੈ, ਪਰ ਜਦੋਂ ਕੋਈ ਕਿਸੇ ਦੁਖੀ ਨੂੰ ਦੇਖਦਾ ਉਹਦੀਆਂ ਅੱਖਾਂ ਪਾਣੀ 'ਚ ਭਿੱਜ ਜਾਂਦੀਆਂ ਨੇ। ਦਇਆ ਅਦ੍ਰਿਸ਼ਟ ਵੀ ਦ੍ਰਿਸ਼ਟਮਾਨ ਦੀਆਂ ਅੱਖਾਂ ਵਿੱਚੋਂ ਝਲਕਦੀ ਹੈ। ਇੱਕ ਖੇਡ ਐਸੀ, ਉਹ ਹੈ ਅਦ੍ਰਿਸ਼ਟ, ਪਰ ਦ੍ਰਿਸ਼ਟਮਾਨ ਹੋ ਜਾਂਦਾ ਜਿਨ੍ਹਾਂ ਸਰੀਰਾਂ ਵਿੱਚੋਂ ਬੰਦਗੀ ਚੱਲ ਪੈਂਦੀ ਹੈ। ਸਰੀਰ ਉਹੀ ਨੇ। ਹੁਣ ਇਹ ਵੀ ਇੱਕ ਸਮੱਸਿਆ ਹੈ ਜੀ, ਬਾਡੀ ਦੀ ਗੱਲ ਕਰਦੇ ਹਾਂ। ਮੇਰਾ ਖਿਆਲ ਜਿਹੜਾ ਦੇਹ ਦਾ ਕਨਸੈਪਟ ਹੈ, ਇਹਨੂੰ ਫਿਰ ਘੋਖਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ 'ਚੋਂ। ਅਸੀਂ ਦੇਹ ਨੂੰ ਸੱਚੀ ਗੱਲ ਜੇ ਬਹੁਤ ਰੱਜ, ਜੋਗੀ ਨੇ ਉਂਝ ਬੜਾ ਤਪਾਇਆ ਤੇ ਅਸੀਂ ਸਟੇਜਾਂ ਤੇ ਰੱਜ ਕੇ ਨਿੰਦਿਆ, ਦੇਹ ਧਾਰੀ ਦੇਹ ਧਾਰੀ ਦੇਹ ਧਾਰੀ। ਮੈਂ ਬਿਲਕੁਲ ਇਸ ਚੀਜ਼ ਦੇ ਬਰਖਲਾਫ ਹਾਂ ਕਿ ਅਸੀਂ ਸ਼ਬਦ ਦੇ ਪੁਜਾਰੀ ਹਾਂ, ਪਰ ਮੈਂ ਇਸ ਚੀਜ਼ ਨਾਲ ਬਿਲਕੁਲ ਸਹਿਮਤ ਹਾਂ ਕਿ ਦੇਹ ਨੂੰ ਇੰਨਾ ਨਾ ਨਿੰਦੋ। ਜੇ ਦੇਹ ਦਾ ਭਾਂਡਾ ਨਾ ਹੁੰਦਾ ਤੇ ਅਦ੍ਰਿਸ਼ਟ ਪ੍ਰਗਟ ਤੁਹਾਡੇ ਵਿੱਚ ਕਿੱਥੋਂ ਹੁੰਦਾ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਰੱਬ ਨਹੀਂ ਸੀ, ਆਦਿ ਜੁਗਾਦ ਪਰਮੇਸ਼ਰ ਹੈ। ਪਰ ਉਸ ਦ੍ਰਿਸ਼ਟਮਾਨ ਨੇ, ਭਾਈ ਸਾਹਿਬ ਨੇ ਲਿਖਿਆ, ਸਤਿਗੁਰੂ ਨਾਨਕ ਦੇਵ ਹੈ ਨਿਰੰਕਾਰ ਆਕਾਰ ਬਣਾਇਆ। ਨਿਰਾਕਾਰ ਨੇ ਜਿਹੜੇ ਆਕਾਰ ਵਿੱਚੋਂ ਝਲਕ ਦਿੱਤੀ, ਉਹਨੂੰ ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ। ਦੇਹੀ ਦੇ ਵੱਖਰੇ ਵੱਖਰੇ ਪ੍ਰਪੇਖ ਨੇ ਬਾਣੀ 'ਚ। ਇਹ ਦੇਹੀ ਦਾ ਨਾਸ਼ਵਾਨਤਾ ਵਾਲਾ ਪ੍ਰਪੇਖ ਵੱਖਰਾ ਹੈ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਕਾਸ ਰਲ ਗਿਓ ਮਾਟੀ। ਦੇਹੀ ਦਾ ਅਪਵਿੱਤਰਤਾ ਵਾਲਾ ਵੀ ਵਿਸ਼ਾ ਬਾਣੀ 'ਚ ਹੈ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਘਿਰਤਾ ਹੋਵਾ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਇਹਦੀ ਮਲੀਨਤਾ ਵਾਲਾ ਪੱਖ ਵੀ ਬਾਣੀ 'ਚ ਹੈ। ਨਾਸ਼ਵੰਤਾ ਮਲੀਨਤਾ ਇਹਦੇ ਵਿਸ਼ੇ ਵਾਲਾ ਪੱਖ ਵੀ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਕੱਲਾ ਵਿਸ਼ਾ ਹੀ ਨਹੀਂ, ਇਸ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲਾਂ 'ਚ ਆਉਂਦਾ ਹੈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਗੁਰੂ ਗ੍ਰੰਥ ਸਾਹਿਬ 'ਚ ਬੋਲਦੇ ਇਸ ਕਾਇਆ ਵਿੱਚ ਪਰਮਾਤਮਾ ਹੈ। ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਿਤਾ ਔਰ। ਪਲਟ ਕੇ ਉਹ ਵਿਸ਼ਈ ਦੇਈ ਦੇਵ ਦੇਈ ਬਣ ਗਈ, ਉਹ ਰੂਹਾਨੀਅਤ ਵਾਲੀ ਬਣ ਗਈ। ਹੁਣ ਸਵਾਲ ਉੱਠੇਗਾ ਜੀ ਅਸੀਂ ਤੇ ਦੇਈ ਤੋਂ ਮੰਨਦੀ ਕੋਈ ਨਹੀਂ, ਕਿਉਂ ਨਹੀਂ ਮੰਨਦੇ? ਸਵੇਰੇ ਆਨੰਦ ਸਾਹਿਬ ਪੜ੍ਹਦੇ ਆ, ਕਹਿੰਦੇ ਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਮੈਂ ਸ਼ਾਇਦ ਕੱਲ ਵੀ ਇਹ ਪ੍ਰਮਾਣ ਦਿੱਤਾ ਸੀ। ਫਿਰ ਬੇਨਤੀ ਹੈ, ਇਹ ਕ੍ਰਿਸ਼ਨੰ, ਉਹ ਕਿਹੜਾ ਇਹ ਕ੍ਰਿਸ਼ਨੰ? ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨੈਣ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਉਹਦਾ ਕਿਹੜਾ ਭੇਖ ਹੈ ਜੀ? ਉਹ ਹਿੰਦੂ ਮੁਸਲਮਾਨ, ਉਹਨੇ ਕੰਠੀ ਪਾਈ, ਉਹਨੇ ਕਿਰਪਾਨ ਪਾਈ। ਬੜਾ ਔਖਾ ਵੈਸੇ ਸੁਣਨਾ, ਕਿਹੜਾ ਉਹਦਾ ਭੇਖ ਹੈ? ਉਹ ਕੋਈ ਸੰਖ ਕੋਈ ਚੱਕਰ ਕੋਈ ਗਦਾ ਲੈ ਕੇ ਨਹੀਂ ਤੁਰਿਆ ਫਿਰਦਾ।
ਚੱਕਰ ਚਿੰਨ ਅਰ ਵਰਨ ਜ਼ਾਤ ਅਰ ਪਾਤ ਨੈਣ। ਜੇ ਕੋਈ ਉਹਦਾ ਰੰਗ ਨਹੀਂ, ਕੋਈ ਉਹਦੀ ਜ਼ਾਤ ਨਹੀਂ, ਉਹ ਬ੍ਰਾਹਮਣ ਨਹੀਂ, ਉਹ ਖੱਤਰੀ ਨਹੀਂ, ਉਹ ਸਿੱਖ ਨਹੀਂ, ਉਹ ਹਿੰਦੂ ਨਹੀਂ, ਉਹਦਾ ਕੋਈ ਵਰਨ ਨਹੀਂ। ਚੱਕਰ ਚਿੰਨ ਅਰ ਵਰਨ ਜ਼ਾਤ ਅਰ ਪਾਤ ਨੈਣ। ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ। ਪਰ ਇੱਥੋਂ ਬੰਦਾ ਇਹ ਨਾ ਸਮਝੇ ਹੈ ਹੀ ਨਹੀਂ। ਅਚਲ ਮੂਰਤ ਉਹ ਹੈ, ਚਲਾਏਮਾਨੀ ਪਹਿਲਾਂ ਵੀ ਸੀ, ਅੱਜ ਵੀ ਹੈ, ਅਗਾਂ ਵੀ ਰਹੇਗਾ। ਅਚਲ ਮੂਰਤ ਅਨਭਉ ਪ੍ਰਕਾਸ਼, ਅਨਭਉ ਪ੍ਰਕਾਸ਼। ਉਹਨੂੰ ਕਿਸੇ, ਜਿਹਨੂੰ ਕੱਲ ਅਸੀਂ ਪੜ੍ਹਿਆ ਸੀ ਅਕਲ ਕਲਾ ਭਰਪੂਰ ਹੈ, ਅਨਭਉ ਪ੍ਰਕਾਸ਼ ਹੈ। ਉਹਨੂੰ ਕਿਸੇ ਦਾ ਚਾਨਣ, ਆਹ ਸੂਰਜ ਤੋਂ ਤਾਂ ਕਿਸੇ ਦਾ ਚਾਨਣ ਲੈਣਾ ਪੈਣਾ, ਉਹਨੂੰ ਕਿਸੇ ਦੇ ਚਾਨਣ ਦੀ ਲੋੜ ਨਹੀਂ। ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਉਹਦੇ ਓਜ ਨੂੰ ਕੋਈ ਮਿਣ ਨਹੀਂ ਸਕਦਾ। ਕੋਟ ਇੰਦਰ ਇੰਦਰਾਣ ਏ ਕ੍ਰਿਸ਼ਨੰ। ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਨੀਜੈ। ਹਾਲਾਂਕਿ ਬਾਦਸ਼ਾਹ ਲਈ ਵੀ ਸ਼ਬਦ ਵਰਤਦੇ ਨੇ ਸ਼ਹਿਨਸ਼ਾਹ, ਸ਼ਾਹਾਨ ਸ਼ਾਹ ਸ਼ਬਦ ਵਰਤੇ, ਸ਼ਹਿਨਸ਼ਾਹ ਸਿੱਧਾ ਵਰਤਦੇ ਨੇ। ਉਂਝ ਹਜ਼ਰਤ ਮੁਹੰਮਦ ਸਾਹਿਬ ਦੇ ਇਹ ਬੋਲ ਸਨ ਕਿ ਕਿਸੇ ਦੁਨਿਆਵੀ ਬੰਦੇ ਲਈ ਸ਼ਹਿਨਸ਼ਾਹ ਲਫ਼ਜ਼ ਮਤ ਵਰਤਿਓ, ਸ਼ਹਿਨਸ਼ਾਹ ਲਫ਼ਜ਼ ਕੇਵਲ ਪਰਮਾਤਮਾ ਵਾਸਤੇ। ਕੋਟ ਇੰਦਰ ਇੰਦਰਾਨ ਕਰੋੜਾਂ ਇੰਦਰ, ਸ਼ਾਹ ਸ਼ਾਹਾਨ ਗਣੀਜੈ। ਤ੍ਰੈ ਭਵਨ ਮਹੀਪ ਸੁਰ ਨਰ ਅਸੁਰ। ਦੇਵਤੇ ਦੈਂਤ ਤੇ ਮਨੁੱਖ ਨੇਤ ਨੇਤ ਬੰਤਣ ਕਹਿਤ। ਇਹ ਕ੍ਰਿਸ਼ਨ ਨੂੰ ਤਾਂ ਜੰਗਲ ਦੇ ਤਿਨਕੇ ਵੀ ਨੇਤ ਨੇਤ ਕਹਿੰਦੇ ਪੈਣ। ਨੇਤ ਨੇਤ ਬੰਤਣ ਕਹਿਤ ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸਮਤ। ਤੇਰੇ ਮੁਕੰਮਲ ਨਾਮ ਨੂੰ ਕਿੰਨੇ ਬਿਆਨ ਕਰ ਦੇਣਾ। ਇੱਥੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਇਹ ਕ੍ਰਿਸ਼ਨ ਸਾਰੇ ਦੇਵਤਿਆਂ ਦਾ ਸ਼੍ਰੋਮਣੀ ਦੇਵਤਾ ਪਾਰ ਬ੍ਰਹਮ ਪਰਮੇਸ਼ਵਰ, ਜਿਹੜੇ ਸਾਰੇ ਦੇਵਤੇ ਨੇ ਉਹਦੇ ਦਰ ਦੇ ਉੱਪਰ ਉਹਦੇ ਤੋਂ ਸ਼ਕਤੀ ਪੈ ਮੰਗਦੇ ਨੇ। ਤੇ ਮੈਂ ਕਹਾਂਗਾ ਸੋਦਰ ਦਾ ਸ਼ਬਦ ਜੇ ਸਿੱਖ ਇਹ ਪੜ੍ਹ ਕੇ ਵੀ ਇਹਨੂੰ ਸਮਝਣਾ ਪਏ ਕਿ ਦੇਵਾਦ ਦੇਵ ਕੌਣ ਹੈ, ਦੇਵਾਨ ਦੇਵ ਕੌਣ ਹੈ, ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਰ। ਇਹ ਕ੍ਰਿਸ਼ਨ ਸਰਬ ਦੇਵਾ, ਸਾਰੇ ਦੇਵਤਿਆਂ ਦਾ ਸ਼੍ਰੋਮਣੀ ਦੇਵ ਦੇਵਾਤਾ ਆਤਮਾ। ਫਿਰ ਅਰਥ ਇਹਦੇ ਦੇਵਤਿਆਂ ਦੇ ਦੇਵਤਿਆਂ ਦੀ ਵੀ ਆਤਮਾ, ਸਭ ਦੀ ਆਤਮਾ ਇਹ ਕ੍ਰਿਸ਼ਨ, ਇੱਕ ਪਰਮਾਤਮਾ ਵਾਹਿਗੁਰੂ। ਆਤਮਾ ਸ਼ਬਦ ਅੱਗੇ ਮਹਾਰਾਜ ਜੀ ਵਰਤਦੇ ਨੇ ਵਾਸੁਦੇਵਸਯ। ਵਾਸੁਦੇਵ ਇਹਦਾ ਅਰਥ ਵੀ ਪਰਮਾਤਮ ਚ ਆਏਗਾ। ਮੈਂ ਅਰਜ਼ ਕੀਤੀ ਸੀ ਇੱਕ ਵਾਰ ਕਿ ਜਿੰਨੇ ਅਵਤਾਰੀ ਨਾਮ ਸਨ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਲਫ਼ਜ਼ਾਂ ਨੂੰ ਇੱਕ ਓੰਕਾਰ ਦੇ ਨਾਮਾਂ ਨਾਲ ਜੋੜ ਦਿੱਤਾ, ਇੱਕ ਨਾਲ ਜੋੜ ਦਿੱਤਾ। ਸਾਹਿਬ ਨੇ ਤੇ ਸ਼ਬਦ ਵਰਤਿਆ ਆਤਮਾ ਵਿੱਚ ਹੀ ਵਾਸੁਦੇਵ ਹੈ। ਆਤਮਾ ਹੀ ਪਰਮਾਤਮਾ ਹੈ, ਉਹਦੀ ਅੰਸ਼ ਹੈ। ਜੇ ਕੋ ਜਾਣੈ ਭਿਓ, ਜਿਹੜਾ ਬੰਦਾ ਇਸ ਗੱਲ ਨੂੰ ਸਮਝ ਪਵੇ ਕਿ ਆਤਮਾ ਵਾਸੁਦੇਵ ਵਸਿਆ, ਕਿ ਜਿੰਨੀਆਂ ਆਤਮਾਵਾਂ ਨੇ ਇਹਦੇ ਵਿੱਚ ਆਪ ਹੀ ਤਾਂ ਪਰਮ ਆਤਮਾ ਟਿਕਿਆ ਹੋਇਆ ਹੈ। ਵੈਸੇ ਇਹ ਗੱਲ ਜੇ ਮੈਂ ਕਥਾ ਕਰ ਦਿੱਤੀ, ਪਰ ਇਸ ਭਿਓ ਨੂੰ ਬਿਲਕੁਲ ਨਹੀਂ ਮੈਂ ਜਾਣਦਾ ਪਿਆ। ਜਿਹੜਾ ਇਹਨੂੰ ਜਾਣ ਲਏਗਾ ਉਹੀ ਨਿਰੰਜਨ ਵਿੱਚ ਅਪੇਦ ਹੋਵੇਗਾ। ਉਹਦਾ ਜਾਨਣਾ ਕਥਾ ਕਰਨੀ ਨਹੀਂ, ਉਹਦਾ ਅਰਥ ਲੀਨ ਹੋ ਜਾਣਾ। ਸਾਰਿਆਂ ਦਾ ਸ਼੍ਰੋਮਣੀ ਦੇਵਤਾ ਇੱਕ ਓੰਕਾਰ ਵਾਹਿਗੁਰੂ ਏਕ ਕ੍ਰਿਸ਼ਨ। ਇਹ ਕ੍ਰਿਸ਼ਨ ਸਰਬ ਦੇਵ ਦੇਵਾ ਦੇਵ ਦੇਵਾਤਾ ਆਤਮਾ। ਆਤਮਾ ਵਾਸੁਦੇਵ ਸੇ ਨੂੰ ਫਿਰ ਸੁਣਿਓ ਕਿ ਜਿੰਨੀਆਂ ਆਤਮਾਵਾਂ ਨੇ, ਜਿੰਨੇ ਸਰੀਰ ਨੇ ਸਾਡੀ, ਇਹਦੇ ਵਿੱਚ ਆਤਮਾ ਸਾਰਿਆਂ ਵਿੱਚ ਨਾ। ਉਂਝ ਵੈਸੇ ਮੈਂ ਤੁਹਾਨੂੰ ਇਹ ਵੀ ਬੇਨਤੀ ਕਰ ਦਿਆਂਗਾ, ਆਤਮਾ ਦੇ ਕਨਸੈਪਟ ਤੋਂ ਵੀ ਸਿੱਖ ਹੱਥ ਪਿੱਛੇ ਖਿੱਚਣ ਲੱਗ ਪਿਆ ਹੈ। ਜਦੋਂ ਇਹ ਕਹਿੰਦਾ ਨਾ ਜਨਮ ਮਰਨ ਕੋਈ ਨਹੀਂ ਹੁੰਦਾ, ਆਵਾਗਾਉਣ ਕੋਈ ਨਹੀਂ ਹੁੰਦਾ, ਉਦੋਂ ਫਿਰ ਸੱਚ ਇਹ ਵੇ ਜੁਗ ਜੁਗ ਮੇਰ ਸਰੀਰ ਕਾ, ਉਹਨੂੰ ਭੁੱਲ ਜਾਂਦਾ ਹੈ। ਜਿੰਨੀਆਂ ਆਤਮਾਵਾਂ ਨੇ ਇਹ ਸਾਰੀਆਂ ਪਰਮਾਤਮਾ ਦੀ ਅੰਸ਼ ਨੇ। ਹੁਣ ਜੀ ਸਵਾਲ ਉੱਠੇਗਾ ਵੀ ਇੱਕ ਕ੍ਰਿਸ਼ਨ ਸਭ ਦਾ ਸ਼੍ਰੋਮਣੀ, ਫਿਰ ਆਤਮਾ ਵਾਸੁਦੇਵ ਵਸਿਆ, ਫਿਰ ਸਾਰਿਆਂ ਵਿੱਚ ਉਹ ਵਾਸੁਦੇਵ ਉਹ ਪਰਮਾਤਮਾ ਵਸਿਆ ਹੋਇਆ ਹੈ। ਇਹ ਕਿਵੇਂ ਸਮਝ ਪਏ ਵੀ ਇੱਕ ਹੋ ਕੇ ਸਾਰਿਆਂ ਵਿੱਚ? ਇਹਦਾ ਉੱਤਰ ਵੀ ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਲਈ ਸਾਡੇ ਪੱਧਰ ਦੀ ਉਦਾਹਰਨ ਦਿੱਤੀ ਕਿ ਇੱਕ ਪਰਮਾਤਮਾ ਆਤਮਾ, ਇਹਨੇ ਜੀਵ, ਸਾਰਿਆਂ ਵਿੱਚ ਉਹ ਸ਼ਕਤੀ ਕੰਮ ਪਈ ਕਰਦੀ। ਇਹ ਕਿਵੇਂ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ 'ਚ ਬੜਾ ਸੋਹਣਾ ਹੈ। ਕਈ ਵਾਰੀ ਆਪ ਨੇ ਸੁਣਿਆ ਹੋਣਾ ਕਿ ਜਿੱਦਣ ਪੂਰਨਮਾਸ਼ੀ ਦੀ ਰਾਤ ਹੋਵੇ ਤੇ ਪੂਰਾ ਚੰਦਰਮਾ ਆਕਾਸ਼ ਤੇ ਆਇਆ, ਪੂਰਾ ਚੰਦਰਮਾ ਹੈ, ਉੱਤੇ ਇੱਕ ਹੈ ਇਹ ਕ੍ਰਿਸ਼ਨ।
ਪਰ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਪਾਣੀ ਦੇ ਭੜੇ ਕੋਈ ਘੜੇ, ਇੱਕ ਨਹੀਂ ਦੋ ਨਹੀਂ, ਅਣਗਿਣਤ ਲਫ਼ਜ਼ ਵਰਤਾਂ, ਗਿਣਤੀ ਰਹਿਣ ਦੇਈਏ। ਅਣਗਿਣਤ ਪਾਣੀ ਦੇ ਘੜੇ ਭਰ ਕੇ ਰੱਖ ਦਿਓ, ਚੱਪਣੀ ਨਾਲ ਢੱਕਣ ਨਾਲ ਉੱਪਰੋਂ ਢੱਕ ਦਈਏ, ਪਰ ਦੇਖਿਓ ਆਤਮ ਵਾਸੁਦੇਵ ਵਸਿਆ ਕਿਵੇਂ ਬਣਦਾ ਹੈ। ਅਸਮਾਨ ਵੱਲ ਝਾਤੀ ਮਾਰੋਗੇ ਤੇ ਚੰਦਰਮਾ ਇੱਕ, ਜੇ ਘੜਿਆਂ ਦੇ ਢੱਕਣ ਉਤਾਰ ਕੇ ਅੱਧੀ ਰਾਤ ਨੂੰ ਝਾਤੀ ਮਾਰੋਗੇ ਤੇ ਅਣਗਿਣਤ ਘੜਿਆਂ ਵਿੱਚੋਂ ਉਹਦੇ ਪ੍ਰਤੀਬਿੰਬ। ਇੱਕ ਚੰਦਰਮਾ ਅਨੇਕ ਹੋ ਕੇ ਵਰਤਦਾ ਹੈ, ਪਰ ਅਨੇਕ ਹੋ ਕੇ ਘੜਿਆਂ ਤੋਂ ਸੁਰਤ ਨੂੰ ਉੱਪਰ ਉਠਾਓ, ਜਿਹੜਾ ਘੜਿਆਂ ਵਿੱਚ ਬੈਠਾ ਉਹਨੂੰ ਲੇਪ ਛੇਪ ਕੋਈ ਨਹੀਂ। ਜਦੋਂ ਨਿਰਗੁਣ ਦੀ ਗੱਲ ਕਰੋਗੇ ਤੇ ਤਿੰਨਾਂ ਗੁਣਾਂ ਤੋਂ ਬਿਲਕੁਲ ਨਿਰਲੇਪ ਦੱਸੇਗਾ। ਜਦੋਂ ਅਨੇਕਤਾ ਵਿੱਚ ਝਾਤੀ ਮਾਰੋਗੇ ਤੇ ਚੇਤੇ ਰੱਖਿਓ ਆਤਮਾ ਵਾਸੁਦੇਵ ਵਸਿਆ, ਸਾਰਿਆਂ ਵਿੱਚ ਵਾਸੁਦੇਵ ਹੀ ਨਜ਼ਰ ਆਏਗਾ। ਇਹਨੂੰ ਸਾਹਿਬ ਨੇ ਬਾਣੀ 'ਚ ਕਿਹਾ, ਹਬ ਸਮਾਣੀ ਜੋਤ ਜਿਉ ਜਲ ਘਟਾਊ ਚੰਦਰਮਾ, ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ, ਆਤਮਾ ਵਾਸੁਦੇਵ ਵਸਿਆ ਜੇ ਕੋ ਜਾਣੈ ਭਿਓ। ਇੱਕ ਚੰਦਰਮਾ ਅਨੇਕਾਂ ਵਿੱਚ ਹੈ। ਜਲ ਘਟਾਊ ਚੰਦਰਮਾ, ਜਿਵੇਂ ਇੱਕ ਚੰਦਰਮਾ ਸਾਰੇ ਘੜਿਆਂ 'ਚ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹ ਆਤਮਾ ਮੇਰੇ ਵਿੱਚ ਤੁਹਾਡੇ ਵਿੱਚ। ਹੁਣ ਇਹ ਵੀ ਸੱਚ ਜੇ ਕਿ ਗੁਰੂ ਸਾਹਿਬ ਕਿਰਪਾ ਕਰਨ, ਜਿਹਨੂੰ ਅਸੀਂ ਕਰਮਕਾਂਡ ਮਨਮਤ ਕਹਿੰਦੇ ਪਏ ਹਾਂ, ਜਦੋਂ ਕੋਈ ਸ਼ੁੱਧ ਆਤਮ ਕਿਤੇ ਵੀ ਬੈਠਾ ਆਵਾਜ਼ ਮਾਰਦਾ ਹੈ, ਆਵਾਜ਼ ਦਾ ਅਰਥ ਬੋਲ ਨਾ ਸੁਣਿਓ, ਅੰਦਰੋਂ ਆਤਮ ਤੋਂ ਫੁਰਨੇ ਬਣਾਉਂਦਾ ਹੈ, ਸੱਚ ਵੇ ਉਹਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਚਲੋ ਅੱਜ ਕੱਲ੍ਹ ਟੈਲੀਪੈਥੀ ਸ਼ਾਇਦ ਸ਼ਬਦ ਵਰਤਦੇ ਆ ਨਾ ਜੀ, ਅਸੀਂ ਸਾਰੇ ਕਹਿੰਦੇ ਹਾਂ ਬੇਬੇ ਨਾਨਕੀ ਯਾਦ ਕੀਤਾ, ਗੁਰੂ ਨਾਨਕ ਸਾਹਿਬ ਆ ਪਹੁੰਚੇ। ਹੋਰ ਬੇਨਤੀ ਕਰਦੇ ਹਾਂ, ਜੁੜੀ ਹੋਈ ਆਤਮਾ ਕਿਸੇ ਵੀ ਬ੍ਰਹਮੰਡ ਵਿੱਚ ਹੋਵੇ, ਇਹ ਛੱਡ ਦਿਓ ਇਸ ਧਰਤੀ ਨੂੰ, ਜੁੜੀ ਹੋਈ ਆਤਮਾ ਕਿਸੇ ਵੀ ਬ੍ਰਹਮੰਡ ਵਿੱਚ ਹੋਵੇ ਤੇ ਵੱਖ-ਵੱਖ ਪਲੈਨਟ ਤੇ ਰਹਿਣ ਵਾਲੀਆਂ ਆਤਮਾ ਆਪਸ ਸਤ ਸੰਗਤ ਰੋਜ਼ ਕਰਦੀਆਂ ਹੁੰਦੀਆਂ ਨੇ। ਹੋ ਸਕਦਾ ਗੱਪ ਨਾ ਸੁਣਿਓ, ਜਦੋਂ ਕਰਮਖੰਡ ਵਿੱਚੋਂ ਸੱਚਖੰਡ ਪਹੁੰਚਾਂਗੇ ਨਾ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੇ ਨੇ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ ਦਾ ਅਰਥ ਕੀ ਹੈ? ਕਈ ਲੋਕਾਂ ਦੇ, ਇੱਕ ਮਿਰਤ ਲੋਕ ਦੇ ਨਹੀਂ ਇਕੱਲੇ। ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ, ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ। ਮੈਂ ਇੱਕ ਤੁਹਾਨੂੰ ਉਦਾਹਰਨ ਦੇਣਾ, ਸਤਿਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਦੇਖੋ ਮੈਂ ਇੱਕ ਗੱਲ ਕਹਾਂ, ਸਿਮਰਨ ਵਾਲਾ ਉਹਨੂੰ ਕਦੀ ਵੀ ਇੱਕ ਧੜੇ 'ਚ ਨਾ ਬੰਨਿਓ, ਤੇ ਸ਼ਹੀਦ ਨੂੰ ਕਦੀ ਇੱਕ ਸੰਪਰਦਾ ਨਾਲ ਨਾ ਬੰਨਿਓ। ਸ਼ਹੀਦ ਦਾ ਅਰਥ ਜੇਬ ਕੱਟ ਕੇ ਜਿਹੜਾ ਮਰ ਗਿਆ ਉਹ ਨਹੀਂ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਣੋ, ਜੋ ਲੜੈ ਦੀਨ ਕਾ ਹਿਤ ਜੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਣੀ, ਇਹ ਸੂਰਾ ਮੈਗਜ਼ੀਨ ਨਿਕਲਦਾ ਹੁੰਦਾ ਸੀ ਨਾ, ਉਹਦੇ ਵਿੱਚ ਵੀ ਇਹ ਘਟਨਾ ਸੀ। ਇੱਕ ਦਿਨ ਕੀਰਤਨ ਕਰਕੇ ਮਹਾਰਾਜ ਦੇ ਹਜ਼ੂਰੀ 'ਚ ਬੈਠਿਆਂ, ਕੀਰਤਨ ਦੀ ਸਮਾਪਤੀ ਤੋਂ ਬਾਅਦ ਬਾਹਰ ਆਏ, ਗੱਲਬਾਤ ਕੀਤੀ ਸੰਗਤ 'ਚ ਬੈਠਿਆਂ, ਫਿਰ ਵਾਪਸ ਅੰਦਰ ਚਲੇ ਗਏ ਹਜ਼ੂਰ ਦੇ ਕਮਰੇ 'ਚ। ਕਿਤਨੇ ਸਮੇਂ ਬਾਅਦ ਬਾਹਰ ਆਏ ਤੇ ਪੁੱਛਿਆ ਕਿ ਭਾਈ ਸਾਹਿਬ ਜੀ ਆਪ ਸਾਰਾ ਨੇਮ ਨਿਭਾ ਕੇ ਬਾਹਰ ਆਏ, ਵਾਪਸ ਫਿਰ ਕਿਉਂ ਚਲੇ ਗਏ? ਕਹਿਣ ਲੱਗੇ ਜਾਣਾ ਪੈਣਾ ਸੀ, ਬੇਨਤੀ ਕਰਨ ਗਏ। ਪੁੱਛਿਆ ਜੀ ਕੀ? ਕਹਿਣ ਲੱਗੇ ਇੱਕ ਬੜੀ ਪਵਿੱਤਰ ਆਤਮਾ ਪਿੰਜਰ ਨੂੰ ਤੋੜ ਕੇ ਆਤਮ ਦੇਸ਼ ਵਿੱਚ ਇੱਕ ਆਤਮ ਸ਼ਹਿਜ਼ਾਦਾ ਸ਼ਹਿਨਸ਼ਾਹ ਪਿਤਾ ਦੇ ਚਰਨਾਂ 'ਚ ਪਹੁੰਚ ਗਿਆ। ਪੁੱਛਿਆ ਕੀ? ਕੌਣ? ਕਹਿੰਦੇ ਨੇ ਪ੍ਰੋਫੈਸਰ ਪੂਰਨ ਸਿੰਘ ਚਲਾਣਾ ਕਰ ਗਏ, ਇਹਨਾਂ ਨਾਲ ਹੀ ਅਰਦਾਸ ਕਰਨ ਗਏ ਸਾਂ। ਮੈਂ ਇੱਕ ਬੇਨਤੀ ਕਰਾਂਗਾ। ਪੁੱਛਿਆ ਕੀ? ਤੁਸੀਂ ਪ੍ਰੋਫੈਸਰ ਸ਼ਬਦ ਸੁਣ ਕੇ ਦੂਜੇ ਪਾਸੇ ਨਾ ਸੋਚਿਓ। ਭਗਤ ਪੂਰਨ ਸਿੰਘ ਨੇ, ਮੈਂ ਜਦੋਂ ਵੀ ਆਉਣਾ ਉਹਨਾਂ ਦਾ ਜ਼ਿਕਰ ਕਥਾ ਜ਼ਰੂਰ ਕਰਨਾ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਵਰਗੀ ਉਡਾਰੀ ਸ਼ਾਇਦ ਕਿਸੇ ਕਰੋੜਾਂ ਵਿੱਚ ਇੱਕ ਅੱਧੇ ਨੂੰ ਨਸੀਬ ਹੁੰਦੀ। ਉਹਨਾਂ ਦੀ ਲਿਖਤਾਂ ਪੜ੍ਹਦਿਆਂ ਤਾਂ ਸਿਮਰਨ ਆਪਣੇ ਆਪ ਚੱਲਣ ਲੱਗ ਪੈਂਦਾ। ਉਹਨੇ ਲਿਖਿਆ ਸੀ, ਮੈਂ ਦਰਿਆਵਾਂ ਦੇ ਕੰਢੇ ਲੰਘਣਾ
ਪੰਜਾਬ ਦੇ ਦਰਿਆ ਗੁਰੂ ਨਾਨਕ ਦਾ ਜਪ ਗਾਉਂਦੇ ਨੇ। ਕਹਿੰਦਾ ਜਦੋਂ ਸ਼ਿਵਾਲਿਕ ਦੀਆਂ ਪਹਾੜੀਆਂ 'ਚੋਂ ਹਵਾ ਸਰਸਰਾਂਦੀ ਏ, ਮੈਨੂੰ ਇੰਝ ਲੱਗਦਾ ਗੁਰੂ ਗੋਬਿੰਦ ਸਿੰਘ ਦੇ ਖੰਡਿਆਂ ਦੀ ਛਣਕਾਰ ਵਿੱਚੋਂ ਜਾਪ ਦੀ ਆਵਾਜ਼ ਪਈ ਹੁੰਦੀ ਹੈ। ਪਰ ਇਹ ਇਕੱਲੀ ਕਲਪਨਾ ਨਹੀਂ ਸੀ। ਕਹਿਣ ਲੱਗੇ ਬੜੀ ਪਵਿੱਤਰ ਆਤਮਾ ਸਾਈਂ ਦੇ ਘਰ ਨੂੰ ਗਈ। ਪੁੱਛਿਆ ਜੀ ਕਦੇ ਮਿਲੇ? ਕਹਿੰਦੇ ਸਰੀਰਕ ਤੌਰ ਤੇ ਨਹੀਂ ਮਿਲੇ, ਪਰ ਆਤਮਾ ਦੇ ਤੌਰ ਤੇ ਤਾਂ ਰੋਜ਼ ਦੇ ਸਤ ਸੰਗੀ ਸਾਂ। ਮੈਂ ਫਿਰ ਇੱਕ ਬੇਨਤੀ ਕਰਾਂਗਾ, ਆਤਮਿਕ ਤਲ ਤੇ ਆ ਕੇ ਮਜਬ ਨਹੀਂ ਜੇ ਰਹਿੰਦਾ। ਆਤਮਿਕ ਤਲ ਤੇ ਆ ਕੇ ਧਰਤੀ ਦਾ ਖਿੱਤਾ ਨਹੀਂ ਰਹਿੰਦਾ। ਗੁਰੂ ਸਾਹਿਬ ਕਹਿੰਦੇ ਜਿਹੜਾ ਇਸ ਭੇਦ ਨੂੰ ਜਾਣ ਜਾਏ ਕਿ ਵਾਸੁਦੇਵ ਹਰ ਇੱਕ ਦੇ ਸਰੀਰ ਵਿੱਚ ਵਰਦਾ ਪਿਆ ਹੈ, ਸਾਰੇ ਸਰੀਰਾਂ ਵਿੱਚੋਂ ਨਿਕਲਦਾ ਹੈ। ਫਿਰ ਬੇਨਤੀ ਹੈ ਕਿ ਅੱਜ ਮੈਂ ਇਸ ਗੱਲ ਨੂੰ ਸਵੀਕਾਰ ਕਰਨਾ। ਚਲੋ ਅਸੀਂ ਕਹਿ ਦਿੰਦੇ ਨਾ ਜੀ ਬਾਣੀ ਇਹ ਪੜ੍ਹਦਾ ਹੈ ਤੇਰੇ ਤੇ ਅਸਰ ਕੀ ਹੋ ਜਾਣਾ, ਜਿਹੜਾ ਪੜ੍ਹੇਗਾ ਉਹਦੇ ਤੇ ਅਸਰ ਹੋਣਾ। ਬਿਲਕੁਲ ਸ਼ੱਕ ਨਹੀਂ, ਇਹ 'ਚ ਬਿਲਕੁਲ ਕੋਈ ਦੋ ਰਾਵਾਂ ਨਹੀਂ। ਪਰ ਮੈਂ ਇੱਕ ਬੇਨਤੀ ਕਰਾਂ, ਬੰਦਗੀ ਕਰਨ ਵਾਲੀ ਜੁੜੀ ਹੋਈ ਆਤਮਾ ਮਲੀਨ ਬੰਦੇ ਲਈ ਵੀ ਅਰਦਾਸ ਕਰਦੇ ਤੇ ਉਸ ਆਤਮਾ ਦੇ ਕੀਤਾ ਹੋਇਆ ਜਪ ਤਪ ਉਹਦਾ ਵੀ ਪਾਰ ਉਤਾਰਾ ਕਰਦਾ ਹੈਗਾ। ਅਸੀਂ ਇੱਕ ਉਦਾਹਰਨ ਦਿੰਦੇ ਹਾਂ ਜੀ ਕਿ ਮੈਂ ਰੋਟੀ ਖਾਣਾ, ਤੇਰੀ ਭੁੱਖ ਕਿਵੇਂ ਦੂਰ ਹੋ ਸਕਦੀ? ਇਹੀ ਕਹਿੰਦੇ ਆ ਨਾ ਕਿ ਮੈਂ ਪਾਠ ਕਰਾਂ, ਮੈਂ ਰੋਟੀ ਖਾਣੇ, ਮੇਰੀ ਭੁੱਖ ਦੂਰ ਹੋਣੀ, ਤੁਹਾਡੀ ਕਿਵੇਂ? ਪਰ ਮੈਂ ਹੈਰਾਨ ਹੋਇਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਬਿਲਕੁਲ ਨਹੀਂ। ਰੋਟੀ ਕੋਈ ਖਾਵੇ ਤੇ ਦੂਜੇ ਦੀ ਭੁੱਖ ਵੀ ਦੂਰ ਹੋ ਸਕਦੀ। ਉਹ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ 'ਚ। ਕੂੰਜ ਦਾਣਾ ਚੁਣਦੀ ਹੈ, ਪਰ ਭੁੱਖ ਤਾਂ ਬੱਚੇ ਦੀ ਦੂਰ ਹੁੰਦੀ ਪਈ। ਦਾਣਾ ਚੁਣਦਾ ਕਰਮ ਜਿਹੜਾ ਕੂੰਜ ਕਰਦੀ ਪਈ ਏ, ਬੱਚੇ ਨੇ ਤੇ ਕੀਤਾ ਹੀ ਨਹੀਂ। ਸਿਰਫ ਜਦੋਂ ਕੂੰਜ ਦੇ ਮੂੰਹ 'ਚ ਦਾਣਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੂੰਜ ਬੱਚੇ ਨੂੰ ਚੇਤੇ ਕਰਦੀ ਏ। ਦਾਣਾ ਮਾਂ ਖਾਂਦੀ ਪਈ ਹੈ, એનર્ਜੀ ਬੱਚੇ ਨੂੰ ਮਿਲਦੀ ਪਈ ਏ। ਜਦੋਂ ਇੱਕ ਜੁੜੀ ਹੋਈ ਆਤਮਾ ਕਿਸੇ ਦਾ ਉਧਾਰ ਕਰਨ ਤੇ ਆ ਜਾਏ, ਉਹਦੀ ਕੀਤੀ ਹੋਈ ਬੰਦਗੀ ਵੀ ਦੂਜੇ ਉੱਤੇ ਅਸਰ ਕਰ ਜਾਂਦੀ ਹੈ। ਉਡੈ ਉਡ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਦੇਵਤਿਆਂ ਦਾ ਦੇਵ ਪਰਮਾਤਮਾ ਵੈਗੁਰੂ ਹੈ। ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ, ਆਤਮਾ ਵਾਸੁਦੇਵ ਵਸਿਆ ਜੇ ਕੋ ਜਾਣੈ ਭਿਓ। ਸਭ ਵਿੱਚ ਉਸ ਪਰਮਾਤਮਾ ਦਾ, ਹਰ ਆਤਮਾ ਵਿੱਚ ਉਹਦੀ ਅੰਸ਼ ਹੈ। ਇਸੇ ਕਰਕੇ ਬਾਬੇ ਫਰੀਦ ਸਹਿਜ ਮਹਾਂਪੁਰਖ ਨੇ ਅਖੀਰਲੇ ਜਿਹੜੇ ਉਹਨਾਂ ਦੇ ਬਚਨ ਨੇ ਉਹ ਇਹੀ ਨੇ, ਸਭਨਾ ਮਨ ਮਾਨਕ ਆਤਮਾ ਵਾਸੁਦੇਵ ਵਸਿਆ। ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ ਕਹੀ ਦਾ। ਕਹਿੰਦੇ ਨੇ ਉਹ ਸਭ 'ਚ ਆਤਮਾ ਵਾਸੁਦੇਵ ਵਸਿਆ ਜੇ ਕੋ ਜਾਣੈ ਭਿਓ, ਜਿਹੜਾ ਇਸ ਗੱਲ ਨੂੰ ਵੀ ਸਮਝ ਗਿਆ। ਪਰ ਇਹ ਦੋਨੋਂ ਸ਼ਲੋਕ ਮੈਂ ਫਿਰ ਬੇਨਤੀ ਕਰਾਂਗਾ, ਜੇ ਕੋ ਜਾਣੈ ਭਿਓ ਦਾ ਅਰਥ ਕਥਾ ਨਹੀਂ, ਜਿਹੜਾ ਸੱਚਮੁੱਚ ਅਨੁਭਵ ਕਰ ਗਿਆ। ਪਹਿਲਾ ਵੀ ਇਹ ਬਚਨ ਸੀ, ਕਹਿੰਦੇ ਨੇ ਗੱਲ ਲੋਕਾਂ ਨੂੰ ਸਮਝ ਨਹੀਂ ਪੈਣੀ, ਤਾਂ ਹੀ ਇਹ ਲਫ਼ਜ਼ ਕਹਿ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ। ਇੱਥੇ ਵੀ ਲਫ਼ਜ਼ ਵਰਤਿਆ ਆਤਮਾ ਵਾਸੁਦੇਵ ਵਸਿਆ ਜੇ ਕੋ ਜਾਣੈ ਭਿਓ। ਇੱਕ ਧਰਮ ਦੀ, ਇੱਕ ਵਾਸੁਦੇਵ ਦੀ ਜਿਹਨੂੰ ਸਮਝ ਪੈ ਜਾਏ, ਨਾਨਕ ਤਾਕਾ ਮੈਂ ਤਿਸ ਦਾ ਦਾਸ ਹਾਂ, ਸੋਈ ਨਿਰੰਜਨ ਦਿਓ। ਕਾਲਖ ਰਹਿਤ ਪਰਮਾਤਮਾ ਵਿੱਚ ਅਭੇਦ ਹੈ। ਜਿਹੜਾ ਇਸ ਗੱਲ ਨੂੰ ਸਮਝ ਲੈ, ਅਗਲਾ ਬਚਨ ਇਹ ਕਿਵੇਂ ਸਮਝ ਪਏ? ਸਤਿਗੁਰੂ ਕਹਿੰਦੇ ਖਿੰਡੇ ਹੋਏ ਮਨ ਨੂੰ ਕੋਈ ਨਹੀਂ ਸਮਝ ਪੈਣੀ। ਕੈਸੀ ਤਰਤੀਬ ਦਿੱਤੀ ਸਤਿਗੁਰੂ ਨੇ ਪੌੜੀ ਨਾਲ ਬਚਨ ਦੀ। ਪਹਿਲੀ ਸ਼ੁਰੂਆਤ ਕੀਤੀ ਦੁੱਖ ਦਾਰੂ, ਚਲੋ ਰਾਤੀ ਰਿਪੀਟ ਕਰਾਂਗੇ ਥੋੜਾ ਜਿਹਾ। ਫਿਰ ਸ਼ਬਦ ਗੁਰਦੇਵ ਨੇ ਵਰਤਿਆ ਕਿ ਸਰਬ ਸ਼ਬਦੰ, ਫਿਰ ਵਰਤਿਆ ਇਹ ਕ੍ਰਿਸ਼ਨ। ਹੁਣ ਕਹਿੰਦੇ ਤੇਰਾ ਮਨ ਤਾਂ ਖਿੰਡਿਆ ਪਿਆ ਤੇ ਤੂੰ ਇਹ ਸ਼ਲੋਕਾਂ ਦੇ ਅਰਥ ਸੁਣਨ ਆ ਗਏ, ਪੜ੍ਹਨ ਆ ਗਏ ਕਿ ਜੇ ਕੋ ਜਾਣੈ ਪਿਓ। ਹੁਣ ਮਹਾਰਾਜ ਇਹ ਕਿਵੇਂ ਇਹਦੀ ਗੱਲ ਕਿਵੇਂ ਬਣੇ? ਸਤਿਗੁਰੂ ਕਹਿੰਦੇ ਨੇ ਕੁੰਭੇ ਬੱਧਾ ਜਲ ਰਹੇ। ਬੱਧੇ ਦਾ ਅਰਥ ਟਿਕਿਆ, ਕੁੰਭ ਦਾ ਅਰਥ ਘੜਾ, ਪਾਣੀ ਤਰਲ ਹੈ। ਇੱਥੇ ਚਲੋ ਲਫ਼ਜ਼ ਘੜਾ ਵਰਤਿਆ ਕਿਉਂਕਿ ਢੁਕਦਾ ਹੈ ਨਾ। ਅਸੀਂ ਪਿੱਤਲ ਦਾ ਭਾਂਡਾ ਨਹੀਂ ਵਰਤਿਆ ਬਾਬਾ ਜੀ ਨੇ, ਕਿਉਂਕਿ ਮਿੱਟੀ ਦਾ ਭਾਂਡਾ ਹੀ ਪਾਣੀ ਦੇ ਸੁਮੇਲ ਨਾਲ ਬਣੇਗਾ। ਕੁੰਭੇ ਬੱਧਾ ਜਲ ਰਹੇ, ਪਾਣੀ ਤਰਲ ਤਾਂ ਬੱਝਾ ਰਹੇਗਾ ਜੇ ਘੜਾ ਹੋਵੇਗਾ। ਜਲ ਬਿਨ ਕੁੰਭ ਨਾ ਹੋਏ, ਪਰ ਪਾਣੀ ਤੋਂ ਬਿਨਾ ਘੜਾ ਕੋਈ ਨਹੀਂ ਬਣਨਾ। ਮਿੱਟੀ ਪੱਟ ਕੇ ਲੈ ਆਵੇ ਕੁੰਭਾਰ ਵੀਰ ਤੇ ਸੁੱਕੀ ਮਿੱਟੀ ਚੋਂ ਘੜਾ ਨਿਕਲਦਾ ਦੇਖੇ। ਪਾਣੀ ਪਾਏਗਾ ਤੇ ਮਿੱਟੀ ਭੇਏਗਾ, ਮਿੱਟੀ ਗੋਏਗਾ ਜਿਹਨੂੰ ਅਸੀਂ ਕਹਿੰਦੇ ਹਾਂ।
ਤੇ ਜਦੋਂ ਗੋ ਕੇ ਚੱਕ ਤੇ ਚੜਾਉਂਦਾ, ਯਾਦ ਰੱਖਿਓ ਉਦੋਂ ਵੀ ਪਾਣੀ ਦਾ ਭਾਂਡਾ ਕੋਲ ਰੱਖਦਾ ਜੇ। ਜਦੋਂ ਚੱਕ ਘੁਮਾਉਂਦਾ ਪਾਣੀ ਲਾ ਲਾ ਕੇ ਨਾ, ਛਿੱਟੇ ਮਾਰ ਮਾਰ ਕੇ ਉਹਦੀ ਗੁਲਾਈ ਕਰਦਾ, ਕਿਉਂਕਿ ਪਾਣੀ ਜਿਹੜਾ ਉਹ ਘੜੇ 'ਚ ਰਚਿਆ ਹੋਇਆ ਹੈ ਤੇ ਘੜਾ ਪਾਣੀ ਨੂੰ ਟਿਕਾਈ ਬੈਠਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਬਾਬਾ ਜੀ ਕਹਿੰਦੇ ਨੇ ਦੋਨਾਂ ਦਾ ਆਪਸੀ ਰਿਸ਼ਤਾ ਹੈ। ਗਿਆਨ ਕਾ ਬੱਧਾ ਮਰ ਰਿਹਾ, ਗੱਲਾਂ ਨਾਲ ਮਨ ਨਹੀਂ ਕਾਬੂ ਆਉਣਾ। ਗਿਆਨ ਘੜਾ ਹੈ, ਉਹਦੇ ਵਿੱਚ ਹੀ ਮਨ ਕਾਬੂ ਆਏਗਾ। ਪਰ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾ ਗਿਆਨ ਦਾ ਭਾਂਡਾ ਨਹੀਂ ਬਣਦਾ। ਇਹਦੇ ਭਾਵ ਅਰਥ, ਗੁਰੂ ਤੋਂ ਬਿਨਾ ਗਿਆਨ ਕੋਈ ਨਹੀਂ। ਤੇ ਚੇਤੇ ਰੱਖਿਓ, ਚੇਲੇ ਤੋਂ ਬਿਨਾ ਗਿਆਨ ਕੋਈ ਨਹੀਂ ਲੈ ਸਕਦਾ। ਮੈਂ ਇਹਦੀ ਥੋੜੀ ਜਿਹੀ ਡਿਟੇਲ ਨਾਲ ਰਾਤ ਨੂੰ ਕਥਾ ਕਰਾਂਗਾ। ਮਨ ਖੁਦ ਇੱਕ ਗਿਆਨ ਇੰਦਰਾ ਹੈ। ਅਸੀਂ ਚਲੋ 5 ਗਿਆਨ ਇੰਦਰੇ ਕਹਿੰਦੇ, ਜੇ ਮਨ ਨਹੀਂ ਤੇ ਪਿਆਰਿਓ ਗਿਆਨ ਕਿੰਨੇ ਲੈਣਾ ਹੈ? ਤਨ ਕਿੰਨਾ ਕੁ ਗਿਆਨ ਲੈਂਦਾ? ਤਨ ਤਾਂ ਸ਼ੋਰ ਸ਼ਰਾਬਾ ਪਾਉਣ ਲੱਗ ਪੈਂਦਾ। ਮਨ ਹੈ ਤਾਂ ਗੁਰੂ ਗਿਆਨ ਦੇਗਾ। ਗਿਆਨ ਹੈ ਤੇ ਮਨ ਕਾਬੂ ਆਏਗਾ। ਫਿਰ ਸੁਣਿਓ, ਪਾਣੀ ਘੜਾ ਹੈ ਤੇ ਪਾਣੀ ਟਿਕੇਗਾ, ਪਾਣੀ ਹੈ ਤੇ ਘੜਾ ਬਣੇਗਾ। ਜੇ ਗਿਆਨ ਹੈ ਤੇ ਮਨ ਟਿਕੇਗਾ, ਜੇ ਮਨ ਹੈ ਤੇ ਗੁਰੂ ਤੋਂ ਗਿਆਨ ਲਏਗਾ। ਇਹਨਾਂ ਦਾ ਆਪਸੀ ਬੜਾ ਰਿਸ਼ਤਾ ਹੈ। ਇਹ ਕੱਲ ਨੂੰ ਅਸੀਂ, ਅੱਜ ਰਾਤੀ ਮੈਂ ਸਮਾਪਤੀ ਕਰ ਦੇਣੀ ਹੈ ਤੇ ਮੈਂ ਯਤਨ ਕਰਾਂਗਾ ਪੌੜੀ ਇਹ ਸ਼ਲੋਕ ਨੂੰ। ਉਂਝ ਤਾਂ ਵੈਸੇ ਸਭ ਦਾ ਸਵਾਲ ਹੈ, ਮਨ ਕਿਵੇਂ ਟਿਕੇ। ਜਦੋਂ ਇਹ ਕਿਵੇਂ ਟਿਕੇ ਗੱਲ ਕਰਨੀ, ਉਦੋਂ ਵੀ ਛਾਲ ਵਿੱਚੋਂ ਮਾਰ ਜਾਂਦਾ, ਬੜਾ ਚੰਚਲ ਜੇ। ਰਾਤੀ ਬੇਨਤੀ ਕਰਾਂਗਾ, ਇਸ ਬਰੀਕ ਨੂੰ, ਇਸ ਸੂਖਸ਼ਮ ਨੂੰ ਸੂਖਸ਼ਮ ਪਕੜ ਸਕਦਾ। ਸਥੂਲ ਨਾਲ ਕਿਵੇਂ ਪਕੜੋਗੇ? ਸਥੂਲ ਨੂੰ ਪਕੜਿਆ ਜਾ ਸਕਦਾ। ਮੰਨ ਲਓ ਇੱਕ ਬੰਦੇ ਦੀ ਬਾਡੀ ਸਥੂਲ ਹੈ, ਉਹਨੂੰ ਪਕੜਨ ਵਾਸਤੇ ਬੰਦਾ ਪਿੱਛੇ ਭੱਜ ਜਾਏਗਾ, ਤੇ ਮਨ ਤਾਂ ਸੂਖਸ਼ਮ ਹੈ। ਸੂਖਸ਼ਮ ਨੂੰ ਸਰੀਰ ਕਿਵੇਂ ਪਕੜ ਲਿਆ? ਹੁਣ ਕਹੀਏ ਜੀ ਮੇਰਾ ਨਿਆਣੇ ਦਾ ਮਨ ਮੈਂ ਕਾਬੂ ਕਰਨਾ ਹੈ, ਸਾਰਾ ਦਿਨ ਡੰਡਾ ਲੈ ਕੇ ਉਹਦੇ ਮਨ ਪਿੱਛੇ ਤੁਰੇ ਫਿਰੋ, ਕਦੀ ਮਨ ਕਾਬੂ ਕਰ ਲੋਗੇ ਉਹਦਾ? ਸਥੂਲ ਨੂੰ ਸਥੂਲ ਪਕੜਦਾ, ਸੂਖਸ਼ਮ ਨੂੰ ਸੂਖਸ਼ਮ ਪਕੜਦਾ। ਫਿਰ ਸੁਣੋ, ਸਭ ਤੋਂ ਤੇਜ਼ ਲਾਈਟ ਸਪੀਡ ਹੈ। ਸੂਰਜ, ਰੋਸ਼ਨੀ ਸਭ ਤੋਂ ਤੇਜ਼ ਨਾ ਜੀ, ਤੇ ਲਾਈਟ ਸਪੀਡ ਤੋਂ ਤੇਜ਼ ਬੰਦੇ ਦਾ ਮਨ ਹੈ ਸੂਖਸ਼ਮ, ਤੇ ਮਨ ਤੋਂ ਤੇਜ਼ ਗੁਰੂ ਦਾ ਸ਼ਬਦ ਹੈ। ਯਾਦ ਰੱਖਿਓ, ਲਾਈਟ ਸਪੀਡ ਨੂੰ ਵੀ ਸ਼ਬਦ ਪਿੱਛੇ ਛੱਡ ਜਾਂਦਾ। ਲਾਈਟ ਸਪੀਡ ਤਾਂ ਇਸ ਬ੍ਰਹਿਮੰਡ ਦੀ ਬਣੀ ਹੋਈ ਹੈ। ਸਭ ਤੋਂ ਤੇਜ਼ ਸੂਰਜ ਦੀ ਰੋਸ਼ਨੀ, ਸੂਰਜ ਦੀ ਰੋਸ਼ਨੀ ਤੋਂ ਤੇਜ਼ ਮਨ, ਤੇ ਤੇਜ਼ ਮਨ ਨੂੰ ਜੇ ਪਕੜ ਸਕਦਾ ਹੈ ਤੇ ਕੇਵਲ ਸੂਖਮ ਗਿਆਨ ਪਕੜ ਸਕਦਾ ਹੈ। ਗਿਆਨ ਤੋਂ ਬਿਨਾ ਮਨ ਕਦੀ ਕਾਬੂ ਨਹੀਂ ਆਉਂਦਾ ਹੁੰਦਾ। ਇਹ ਅਸੀਂ ਰਾਤ ਨੂੰ ਵਾਚਾਂਗੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਬੇਅੰਤ ਭੁੱਲਾਂ ਹੋਈਆਂ ਨੇ, ਭੁੱਲਾਂ ਚ ਤਾਰਿਓ ਨਾ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਦੇਵਾਦ ਦੇਵ ਸਿਰਫ ਪਾਰ ਬ੍ਰਹਮ ਪਰਮੇਸ਼ਵਰ ਹੈ। ਆਓ ਉਸ ਪਰਮ ਦੇਵ ਪਰਮਾਤਮਾ ਦੀ ਬੰਦਗੀ ਜੁੜ ਸਕੀਏ। ਸਭ ਦਾ ਤਹਿ ਦਿਲੋਂ ਧੰਨਵਾਦ।